ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਹਫ਼ਤਾਵਾਰੀ ਜ਼ੂਮ ਦੇ ਉੱਪਰ ਜੋ ਕਲਾਸ ਦੇ ਰੂਪ ਵਿੱਚ ਸਾਰੇ ਜੁੜ ਮਿਲ ਬੈਠਦੇ ਹਾਂ, ਜਿਹਦੇ ਵਿੱਚ ਗੁਰਬਾਣੀ ਨੂੰ ਸਮਝਣ ਵਾਲੇ ਤੇ ਬਹੁਤ ਡੀਪ ਗਹਿਰਾਈ ਵਿੱਚ ਜਾ ਕੇ ਸਾਡੇ ਨਾਲ ਵਿਚਾਰ ਸਾਂਝ ਕਰਨ ਵਾਲੇ ਬਹੁਤ ਪਤਵੰਤੇ ਸੱਜਣ ਹਮੇਸ਼ਾ ਮੌਜੂਦ ਰਹਿੰਦੇ ਹਨ। ਤੇ ਅੱਜ ਵੀ ਸਾਡੇ ਵਿੱਚ ਉਸੇ ਹੀ ਲੜੀ ਤੇ ਚੱਲਦੇ ਹੋਏ ਇੱਕ ਸੁਨਹਿਰੇ ਜੋ ਕਿ ਗੁਰਬਾਣੀ ਨੂੰ ਗਾਉਣ ਦੀ ਸ਼ੈਲੀ ਦੀ ਵੀ ਕਾਬਲੀਅਤ ਰੱਖਦੇ ਹਨ, ਬਟ ਜਿੱਥੇ ਗਾਉਣ ਦੀ ਸ਼ੈਲੀ ਹੈ ਉੱਥੇ ਉਹਨਾਂ ਦੇ ਕੋਲ ਗੁਰਬਾਣੀ ਨੂੰ ਵਿਚਾਰਨ ਦਾ ਵੀ ਗੁਣ ਹੈ। ਸੋ ਇਹ ਬਹੁਤ ਅੱਛਾ ਪੱਖ ਹੁੰਦਾ ਵੀ ਜਦੋਂ ਕੋਈ ਗਾਵੇ ਤੇ ਗਾ ਕੇ ਨਾਲ ਉਹਨੂੰ ਐਕਸਪਲੇਨ ਕਰੇ ਕਿ ਸੁਣਨ ਵਾਲਿਓ ਜੋ ਮੈਂ ਗਾ ਰਿਹਾ ਉਹ ਕੀ ਹੈ। ਸੋ ਇਸ ਪੱਖ ਤੋਂ ਅਸੀਂ ਭਾਈ ਜਸਵਿੰਦਰ ਸਿੰਘ ਨੂੰ ਅੱਜ ਜੀ ਆਇਆਂ ਕਹਿੰਦੇ ਆ। ਤੇ ਅੱਜ ਦੀ ਕਲਾਸ ਸਾਡੇ ਨਾਲ ਸਾਂਝ ਕਰਨ ਲਈ ਵੀਰ ਜਸਵਿੰਦਰ ਸਿੰਘ ਜੀ, ਜੋ ਕਿ ਕਾਨਪੁਰ ਵਾਲੇ ਅਸੀਂ ਕਹਿ ਦਿੰਦੇ ਹਾਂ, ਲੇਕਿਨ ਕਾਫੀ ਟਾਈਮ ਇਹਨਾਂ ਨੇ ਕਾਨਪੁਰ ਸੇਵਾ ਨਿਭਾਈ ਹੈ। ਵੱਖ ਵੱਖ ਥਾਵਾਂ ਤੇ ਵਿਚਰ ਕੇ ਇਹ ਸੇਵਾ ਨਿਭਾ ਰਹੇ ਹਨ। ਸੋ ਵੀਰ ਜਸਵਿੰਦਰ ਸਿੰਘ ਜੀ, ਤੁਹਾਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੰਗਤ ਦੇ ਨਾਲ ਜੋ ਅੱਜ ਦਾ ਸ਼ਬਦ ਹੈ, ਸਾਚੀ ਪ੍ਰੀਤ ਹਮ ਤੁਮਸਿਓ ਜੋਰੀ, ਸ਼ਾਇਦ ਸਾਡੇ ਪੜ੍ਹਨ ਦਾ ਇੱਕ ਉੱਪਰਲਾ ਵੇ ਹੋਵੇ ਵੀ ਸ਼ਾਇਦ ਰਵਿਦਾਸ ਜੀ ਰੱਬ ਜੀ ਨੂੰ ਕਹਿ ਰਹੇ ਨੇ, ਪਰ ਉਹ ਸਾਚੀ ਪ੍ਰੀਤ ਕੀ ਹੈ ਤੇ ਕਿਹਦੇ ਨਾਲ ਜੋੜਨੀ ਹੈ। ਵੀਰ ਜਸਵਿੰਦਰ ਸਿੰਘ ਜੀ ਅੱਜ ਸਾਡੇ ਨਾਲ ਰੂਬਰੂ ਹੋ ਰਹੇ ਨੇ। ਜੀ ਆਇਆਂ ਨੂੰ ਵੀਰ ਜੀ। ਤੁਸੀਂ ਲੋ ਕਮਾਨ ਅਗਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸਾਰੇ ਸਰੋਤਿਆਂ ਨੂੰ, ਗੁਰੂ ਪਿਆਰੀ ਸਾਧ ਸੰਗਤ ਜੀ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਭਗਤ ਰਵਿਦਾਸ ਜੀ ਦੁਆਰਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਵਿਚਾਰਨ ਜਾ ਰਹੇ ਹਾਂ ਜੀ। ਸਭ ਤੋਂ ਪਹਿਲੇ ਸ਼ਬਦ ਦੀਆਂ ਪੰਕਤੀਆਂ ਇੱਕ ਵਾਰੀ ਅਸੀਂ ਸਾਰੇ ਸ਼ਰਵਣ ਕਰ ਲੈਂਦੇ ਹਾਂ ਜੀ। ਸ਼ਬਦ ਵਿੱਚ ਭਗਤ ਜੀ ਫਰਮਾਨ ਕਰਦੇ ਹਨ, ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ तो हम पए हैं चकोरा, माधवे तुमन तोरो तो हम नहीं तोरे, तुम स्यों तोर कवन स्यों जोरे रहाओ, जो तुम दीवरा तो हम बाती, जो तुम तीरथ तो हम जाती, साची प्रीत हम तुम स्यों जोरी, तुम स्यों जोर अवर संग तोरी, जहाँ जहाँ जाऊं तहाँ तेरी सेवा, तुम सो ठाकुर और न देवा, तुमरे भजन कटे जम फांसा, भगत हेत गावे रविदासा, भगत हेत गावे रविदासा। ਇਹ ਪਾਵਨ ਸ਼ਬਦ ਭਗਤ ਰਵਿਦਾਸ ਜੀ ਦੁਆਰਾ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਕ 659 ਦੇ ਉੱਤੇ 659 ਦੇ ਉੱਤੇ ਸੁਭਾਇਮਾਨ ਹੈ। ਜੈਸਾ ਕਿ ਸਾਰੇ ਸ਼ਬਦ ਵਿੱਚ ਭਗਤ ਜੀ ਸਮਝਾ ਰਹੇ ਹਨ, ਗੱਲ ਚੱਲ ਰਹੀ ਹੈ ਸੱਚੀ ਪ੍ਰੀਤ ਦੀ, ਤੇ ਪ੍ਰੀਤ ਜੋੜਨੀ ਹੈ ਪਰਮਾਤਮਾ ਦੇ ਨਾਲ। ਤੇ ਇੱਕ ਗੱਲ ਪਹਿਲੇ ਹੀ ਸਾਡੇ ਦਿਮਾਗ ਵਿੱਚ ਆ ਜਾਂਦੀ ਹੈ ਕਿ ਪ੍ਰੀਤ ਦੇ ਨਾਲ ਜਿਹੜਾ ਵਿਸ਼ੇਸ਼ਣ ਐਡਜੈਕਟਿਵ ਲਗਾ ਦਿੱਤਾ ਗਿਆ ਸੱਚੀ ਪ੍ਰੀਤ, ਕਿ ਪ੍ਰੀਤ ਝੂਠੀ ਵੀ ਹੁੰਦੀ ਹੈ? ਇਸ ਦਾ ਜਵਾਬ ਹੈ ਜੀ ਹਾਂ। ਪ੍ਰੀਤ, ਪਿਆਰ, ਜਿੱਥੇ ਟਰੂ ਲਵ ਹੈ ਉੱਥੇ ਫਾਲਸ ਲਵ ਵੀ। ਤਾਂ ਹੀ ਨੌਵੇਂ ਪਾਤਸ਼ਾਹ ਜੀ ਦੇ ਬਚਨ ਹਨ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਦੁਨੀਆ 'ਚ ਝੂਠੀ ਪ੍ਰੀਤ ਵੀ ਦੇਖੀ ਹੈ, ਝੂਠਾ ਪਿਆਰ ਵੀ ਹੁੰਦਾ। ਤੇ ਬਾਬਾ ਫਰੀਦ ਜੀ ਨੇ ਉਹਦਾ ਕਾਰਨ ਵੀ ਦੱਸਿਆ, ਫਰੀਦਾ ਜਾਂ ਲੱਭ ਤਾਂ ਨੇਹ ਕਿਆ, ਲੱਭ ਤਾਂ ਕੂੜਾ ਨੇਹ। ਜੇ ਲਾਲਚ ਹੈ ਤੇ ਫਿਰ ਪਿਆਰ ਕੈਸਾ, ਤੇ ਜੇ ਬੰਦਾ ਕਿ ਨਹੀਂ ਮੇਰਾ ਪਿਆਰ ਪਿਆਰੀ, ਤੇ ਫਿਰ ਬਾਬਾ ਫਰੀਦ ਜੀ ਕਹਿੰਦੇ ਉਹਦੇ ਨਾਲ ਫਿਰ ਇੱਕ ਵਿਸ਼ੇਸ਼ਣ ਔਰ ਲਗਾ ਲੈ ਕਿ ਉਹ ਝੂਠਾ ਪਿਆਰ ਹੈ।
एक पासे झूठा प्यार है, एक पासे सच्चा प्यार है। हुण ये भी सानू इस शब्द विच देखण नू मिल जाएगा कि सच्चा प्यार कहंदे किस नूं है, सच्ची प्रीत हुंदी की है। ते सच्ची प्रीत बारे भगत रविदास जी फरमान करते हैं। हुण इस शब्द की जिहड़ी रहाओ की पंक्ति है, जिस विच सारे शब्द का केंद्री भाव सेंट्रल आइडिया हुंदा है, थोड़ा जिहा उस तो असी विचार आरंभ करांगे। हुण आम तौर ते इसका पाठ जो किया जाता है, जो पढ़िया जाता है, जो विचारिया जाता है, वो इस तरह है, माधवे तुम ना तोरो तो हम नहीं तोरें। फिर ध्यान देना, माधवे तुम ना तोरो तो हम नहीं तोरें। हुण तुम ते नन्ना अखर ये दोनों नूं वखरा लिखिया होया है और वखरा पढ़िया जाता है और वखरा ही विचारिया जाता है। हुण जदों गल करते हैं गुरु साहब जी दे वेले दी, ते गुरु साहब जी दे वेले लड़ीवार स्वरूप होंदे सन। ते लड़ीवार स्वरूपां वास्ते उदाहरण दे वास्ते स्क्रीन शेयरिंग शायद ऑन है मेरे ख्याल तो। जी गुरु पातशाह जी दे वेले सारे जितने भी हस्तलिखत स्वरूप होंदे सन, हैंड रिटन, ते ਉਹ स्वरूप सारे लड़ीवार होंदे सी। लड़ीवार ਦਾ मतलब ਹੁੰਦਾ ਸੀ कि ਉਹਨਾਂ ਦੇ ਵਿੱਚ ਲਾਈਨ ਦੇ ਵਿੱਚ ਪੰਕਤੀ ਦੇ ਵਿੱਚ ਸਪੇਸ ਨਹੀਂ ਸੀ ਹੁੰਦਾ। ਸਾਰੀ ਪੰਕਤੀ ਦਾ ਮੱਥਾ ਜੋ ਹੁੰਦਾ ਸੀ ਉਹ ਇੱਕ ਹੀ ਹੁੰਦਾ ਸੀ। एग्जाम्पल वास्ते जिवें असीं जपजी साहब की ये पंक्ति लै रहे हैं कि नानक नदरी नदर निहाल, ते नानक नदरी नदर निहाल ये वखरी वखरी नहीं सी हुंदी, ये एक ही हुंदी सी। हुण जिस तरह आप जी सामने देख रहे हो, आप जी नूं सब नूं दिस रही है जी? हाँ जी, हाँ जी। हाँ, ये जो येलो पीले रंग में जो पंक्ति लिखी हुई है, ये लड़ीवार है। देखो जी, सारी लाइन एक ही है। फिर थल्ले जो दिती गई है वो पदछेद है। पदछेद विच इसनूं 4 हिस्सियां विच वंड दिता गया, नानक नदरी नदर निहाल। हुण जो पदछेद का फैसला होया सी, ये पंथक सी। पंथक मतलब गुरमुख गुरसिख विद्वानां ने लिया। गुरु साहब जी दे वेले जो बाणी हुंदी सी, वो सारी दी सारी इस तरह लड़ीवार लिखी जाती सी। हुण जदों पदछेद किया गया ते पदछेद दे विच की होया, उत्थे तुम ते नन्ने नूं वखरा वखरा कर दिता गया। ते बस ताई तू असी फिर इहदा पाठ भी वखरा वखरा करना शुरू कर दिता। फिर जदों अर्थ टीके होए, चाहे वो इंग्लिश ट्रांसलेशन होवे या पंजाबी का टीका होवे, वो सब फिर इसे गल नूं सामने रख के कीते गए, तुम ना तोड़ो, इफ यू नॉट ब्रेक, कि अगर तुसी नहीं तोड़ोगे, मेरे नाल नहीं तोड़ोगे तो मैं भी नहीं तोड़ांगा। ते उत्थे एक कंडीशन लगा दी गई, तो ते शब्द लग ही रहा सी, पर साफ क्लीयर कह दिता गया, जे तू नहीं तोड़दा ते मैं भी नहीं तोड़दा। हुण एक गल ये आ गई सामने। हुण अगली स्क्रीन विच असीं देख रहे हैं, जे इहो अगर असीं लड़ीवार रूप तो पढ़ीए, जो माधवे तुम ना तोरो वाली पंक्ति असीं पढ़ते हैं, तो उस विच की आंदा है? उस विच ये आएगी फिर जी, इस तरह लिखिया सानू मिलता है लड़ीवार स्वरूप के अंदर। ये सामने आ गया, माधवे तुमन तोरो तो हम नहीं तोरें। हुण पीले रंग दे नाल थोड़ा हाईलाइट किया गया है, असल विच शब्द सी तुमन, ते असी कर दिता तुम ना तोरो। ते पहले असी तुमन शब्द का थोड़ा जिहा बैकग्राउंड समझते हैं। भगत रविदास जी रहिंदे सी बनारस दे विच, ते बनारस की जिहड़ी लैंग्वेज सी ना, क्योंकि उन्होंने अपने इलाके दी, अपनी वसों दी, कि मैं कित्थे रहना, वो भी बाणी विच जिक्र आया है। मेरी जात पुट बांडला ढोल ढवंता नितै बनारसी आस पासा। वो कहंदे ने मैं बनारस के आस पास ही हाँ, उत्थे ही रहिंदा सी, मेरी जात के लोग भी उत्थे ही रहिंदे सी। काम की करते सी, कुट बांडला चमड़ा कुटदे सी, वड्डदे सी। ढोल ढवंता मरे हुए पशु ढोंदे सी। ते जगह इलाका भी, रीजन भी उन्होंने दस दिता है कि बनारस के आस पास। हुण बनारस दे विच ये भाषा चलदी हुंदी सी, जिवें असीं पंजाबी च कहंदे आ, एक तो होंदा मैं आया तू मिलिया नहीं, थोड़ा जिहा रिस्पैक्टेड होके किसी नूं असीं रिस्पैक्ट दे के कहंदे असीं आए तुसीं मिले नहीं। ते बनारस दे विच भाषा इवें चलदी है, हमन आए तुमन मिले ही नहीं, मतलब असीं आए तुसीं मिले ही नहीं। ये अज भी उत्थे चलदी है भाषा। ते हमन तुमन ये उत्थे दी लैंग्वेज है।
ਇਸੇ ਦੇ ਨਾਲ ਮਿਲਦਾ ਸ਼ਬਦ ਹੈ ਸਬਨ। ਇਸੇ ਦੇ ਨਾਲ ਮਿਲਦਾ ਜੁਲਦਾ ਸ਼ਬਦ ਹੈ ਆਪਨ। ਭਗਤ ਰਵਿਦਾਸ ਜੀ ਨੇ ਵਰਤਿਆ ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰ ਰਾਜਾ। ਆਪਨ, ਸਬਨ, ਹਮਨ, ਤੁਮਨ, ਇਹ ਉੱਥੇ ਦੀ ਜੋ ਹਿੰਦੀ ਯੂਜ਼ ਹੁੰਦੀ ਹੈ, ਵਰਤੀ ਜਾਂਦੀ ਹੈ, ਉੱਥੇ ਵਰਤਿਆ ਜਾਂਦਾ। ਬਿਲਕੁਲ ਉਸੇ ਤਰ੍ਹਾਂ ਜਿਵੇਂ ਭਗਤ ਨਾਮਦੇਵ ਜੀ ਦੇ ਸ਼ਬਦਾਂ ਦੇ ਵਿੱਚ ਅਸੀਂ ਜਦੋਂ ਦੇਖਦੇ ਹਾਂ ਤੇ ਉੱਥੇ ਕੀ ਆਉਂਦਾ, ਉੱਥੇ ਲਿਖਿਆ ਆਉਂਦਾ ਹੈ ਮਰਾਠੀ ਲੈਂਗੁਏਜ ਦੇ ਸ਼ਬਦ ਬਹੁਤ ਸਾਰੇ ਮਿਲਣਗੇ, ਜਿਸ ਵਿੱਚ ਉਹ ਕਹਿੰਦੇ ਹਨ ਪਾਖੰਤਨ ਬਾਜ ਬਜਾਏਲਾ, ਗਰੁੜ ਚੜੇ ਗੋਬਿੰਦ ਆਏਲਾ, ਤੁਮ ਚੇ ਪਾਰਸ ਹਮ ਚੇ ਲੋਹਾ, ਸੰਗੇ ਕੰਜਨ ਭੈਲਾ। ਇਹ ਆਏਲਾ, ਬਜਾਏਲਾ, ਇਹ ਸਾਰੀ ਸ਼ਬਦਾਵਲੀ ਜਿਹੜੀ ਹੈ ਮਰਾਠੀ ਦੀ ਹੈ। ਤੇ ਹੁਣ ਇੱਕ ਤੇ ਉਦਾਹਰਣ ਹੋ ਗਈ ਹਮਨ ਆਏ ਤੁਮਨ ਮਿਲੇ ਹੀ ਨਹੀਂ। ਦੂਸਰੀ ਗੱਲ, ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਬਚਨ ਹਨ 1178 ਅੰਕ ਦੇ ਉੱਤੇ, ਬਸੰਤ ਹਿੰਡੋਲ ਮਹਿਲਾ ਚੌਥਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ਵੀ ਇਹ ਸ਼ਬਦ ਜਿਹੜਾ ਨਾ ਤੁਮਨ, ਇਹ ਵਰਤਿਆ ਹੈ। ਉੱਥੇ ਕਿਸ ਰੂਪ ਵਿੱਚ ਆਇਆ ਹੈ? ਕਿਉਂਕਿ ਉੱਥੇ ਜੋ ਛੰਦ ਦੀ ਚਾਲ ਚੱਲ ਰਹੀ ਸੀ ਉਹ 6 ਵਿੱਚ ਚੱਲ ਰਹੀ ਹੈ। ਹਰ ਸ਼ਬਦ ਦੇ ਪਿੱਛੇ 6 ਜੁੜ ਰਿਹਾ ਹੈ। 6 ਦਾ ਅਰਥ ਨਹੀਂ ਕੀਤਾ ਜਾਏਗਾ, 6 ਛੰਦ ਦੀ ਚਾਲ ਦੇ ਵਿੱਚ ਚੱਲਦਾ ਹੈ। ਪਰ ਉੱਥੇ ਸ਼ਬਦ ਸਤਿਗੁਰਾਂ ਨੇ ਵਰਤਿਆ ਹੈ, ਉਹ ਵੀ ਆਪ ਜੀ ਦੇ ਸਾਹਮਣੇ ਸਕਰੀਨਸ਼ਾਟ ਵਿੱਚ ਮੈਂ ਸ਼ੇਅਰ ਕਰ ਰਿਹਾ। ਉਸ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਫਰਮਾਉਂਦੇ ਹਨ, ਤੁਮ ਵਡ ਅਗਮ ਗੁਸਾਈ, ਤੁਮ ਵਡ ਪੁਰਖ ਵਡ ਅਗਮ ਗੁਸਾਈ, ਹਮ ਕੀਰੇ ਕਿਰਮ ਤੁਮਨ ਛੇ। ਹੁਣ ਦੇਖੋ ਇਹਦੇ ਵਿੱਚ ਵੀ ਅਰਥ ਕੀ ਲੱਗ ਰਿਹਾ ਹੈ, ਐ ਪ੍ਰਭੂ ਤੁਸੀਂ ਬਹੁਤ ਵੱਡੇ ਪੁਰਖ ਹੋ, ਹਰ ਜਗ੍ਹਾ ਵਿਆਪਕ ਹੋ, ਅਗਮ ਗੁਸਾਈ ਹੋ, ਅਸੀਂ ਤੁਹਾਡੇ ਨਿੱਕੇ ਜੇ ਕਿਰਮ ਆ। ਤੁਮਨ ਮਤਲਬ ਤੁਹਾਡੇ, ਤੇ 6 ਮੈਂ ਜੈਸਾ ਅਰਜ਼ ਕੀਤਾ ਕਿ ਇਹ ਛੰਦ ਦੀ ਚਾਲ ਵਾਸਤੇ ਹੈ। ਸੋ ਇੱਥੋਂ ਵੀ ਇਹ ਕਲੀਅਰ ਹੋ ਜਾਂਦਾ ਹੈ ਕਿ ਤੁਮਨ ਸ਼ਬਦ ਐਗਜ਼ਿਸਟ ਕਰਦਾ ਹੈ, ਤੁਮਨ ਸ਼ਬਦ ਹੈ। ਹਮਨ ਆਏ ਤੁਮਨ ਮਿਲੇ ਨਹੀਂ, ਔਰ ਹਮ ਕੀਰੇ ਕਿਰਮ ਤੁਮਨ ਛੇ, ਬਾਣੀ ਵਿੱਚੋਂ ਵੀ ਉਦਾਹਰਣ ਆ ਗਈ। ਹੁਣ ਅਸੀਂ ਸ਼ਬਦ ਨੂੰ ਅਗਰ ਅਸੀਂ ਪੜ੍ਹਦੇ ਹਾਂ ਤੇ ਸਾਡੇ ਸਾਹਮਣੇ ਫਿਰ ਇਹ ਇਸ ਤਰ੍ਹਾਂ ਪੜਿਆ ਜਾਏਗਾ, ਮਾਧਵੇ ਤੁਮਨ ਤੋਰੋ ਤੋ ਹਮ ਨਹੀਂ ਤੋਰੇ। ਫਿਰ ਤੇ ਸਾਫ਼ ਹੈ ਕਿ ਇਸ ਦਾ ਅਰਥ ਹੁਣ ਇਸ ਤਰ੍ਹਾਂ ਕਰਨਾ ਪਏਗਾ, ਔਰ ਇਹੀ ਹੈ ਇਸ ਦਾ ਅਰਥ, ਕਿਉਂਕਿ ਇਸ ਵਿੱਚ ਗੁਰਮਤਿ ਸਿਧਾਂਤ ਦੇ ਸਾਨੂੰ ਬੇਅੰਤ ਪ੍ਰਮਾਣ ਵੀ ਮਿਲ ਜਾਣਗੇ, ਜਿਸ ਵਿੱਚ ਕਲੀਅਰ ਇਹ ਗੱਲ ਕੀਤੀ ਗਈ ਹੈ, ਜੇ ਤੂੰ ਤੋੜ ਲਵੇਂ ਤਾਂ ਵੀ ਮੈਂ ਨਹੀਂ ਤੋੜਾਂਗਾ। ਇੱਕ ਸੰਸਾਰੀ ਉਦਾਹਰਣ ਅਸੀਂ ਆਮ ਲੈਂਗੁਏਜ ਦੀ ਲੈ ਲੈਂਦੇ ਹਾਂ, ਜੋ ਵਰਤਦੇ ਹਾਂ। ਬੰਦਾ ਬੰਦੇ ਨੂੰ ਤੇ ਕਹਿ ਸਕਦਾ, ਜੇ ਤੂੰ ਮੇਰੇ ਘਰ ਨਹੀਂ ਆਏਗਾ ਤੇ ਮੈਂ ਵੀ ਤੇਰੇ ਘਰ ਨਹੀਂ ਆਵਾਂਗਾ, ਕਿਉਂਕਿ ਦੋਨੋਂ ਬਰਾਬਰ ਹਨ, ਦੋਨਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਹੈ, ਦੋਨਾਂ ਨੂੰ ਇੱਕ ਦੂਜੇ ਦੀ ਗੈਦਰਿੰਗ ਵਧਾਣੀ ਹੈ। ਕਿ ਤੂੰ ਮੇਰੇ ਬੇਟੇ ਦੇ ਵਿਆਹ ਤੇ ਸ਼ਾਦੀ ਤੇ ਨਹੀਂ ਆਇਆ, ਮੈਂ ਵੀ ਨਹੀਂ ਆਉਂਦਾ। ਪਰ ਜੇ ਅਸੀਂ ਗੁਰਮੁਖ ਦੀ ਗੱਲ ਕਰੀਏ ਨਾ, ਤੇ ਗੁਰਮੁਖ ਇਸ ਚੀਜ਼ ਤੋਂ ਵੀ ਉੱਤੇ ਹੈ। ਗੁਰਮੁਖ ਤੇ ਇਹ ਵੀ ਕਹਿ ਦਿੰਦਾ, ਕੋਈ ਗੱਲ ਨਹੀਂ ਉਹ ਮੇਰੇ ਘਰ ਨਹੀਂ ਆਏ, ਹੋ ਸਕਦਾ ਕੋਈ ਮਜਬੂਰੀ ਹੋਵੇ, ਕਾਰਨ ਹੋਵੇ, ਕੋਈ ਐਸੀ ਪਰਿਸਥਿਤੀ, ਕੋਈ ਹਾਲਾਤ ਐਸੇ ਹੋਣ, ਪਰ ਉਹਨੇ ਮੈਨੂੰ ਬੁਲਾਇਆ ਤੇ ਮੈਂ ਚੱਲ ਪਵਾਂਗਾ। ਅਗਲੇ ਨੇ ਸੱਦਿਆ, ਬੁਲਾਇਆ, ਪਿਆਰ ਦੀ ਗੱਲ ਹੈ। ਹੁਣ ਭਗਤ ਰਵਿਦਾਸ ਜੀ ਪਰਮਾਤਮਾ ਨਾਲ ਬਰਾਬਰੀ ਤੇ ਕਰ ਹੀ ਨਹੀਂ ਰਹੇ, ਕਿਉਂਕਿ ਸਾਰੇ ਸ਼ਬਦ ਦੇ ਅੰਦਰ ਜੋ ਐਗਜ਼ਾਮਪਲਸ ਹਨ, ਜਿਨ੍ਹਾਂ ਨੂੰ ਅਸੀਂ ਅੱਗੇ ਵਿਚਾਰਾਂਗੇ, ਜੋ ਤੁਲਨਾਵਾਂ ਦਿੱਤੀਆਂ ਕਿ ਹੈ ਪ੍ਰਭੂ ਤੂੰ ਪਹਾੜ ਹੈ, ਮੈਂ ਮੋਰ ਹਾਂ, ਤੂੰ ਚੰਦਰਮਾ ਹੈ, ਮੈਂ ਚਕੋਰ ਹਾਂ, ਤੇ ਬਰਾਬਰੀ ਤੇ ਕਿਤੇ ਹੋ ਹੀ ਨਹੀਂ ਰਹੀ। ਹਰ ਪੰਕਤੀ ਦੇ ਵਿੱਚ ਰੱਬ ਨੂੰ ਸਭ ਕੁਝ ਤੇ ਆਪਣੇ ਆਪ ਨੂੰ ਤੁੱਛ, ਬਹੁਤ ਛੋਟਾ ਦੱਸਿਆ ਜਾ ਰਿਹਾ। ਹਮ ਕੀਰੇ ਕਿਰਮ ਤੁਮਨ ਛੇ, ਤੂੰ ਬਹੁਤ ਵੱਡਾ ਹੈ, ਵੱਡਾ ਅਗਮ ਗੁਸਾਈ ਵਾਲੀ ਅਵਸਥਾ ਹੈ, ਤੇ ਮੈਂ ਤੇ ਬਹੁਤ ਛੋਟਾ। ਤੇ ਹੁਣ ਸਿਧਾਂਤ ਦੀ ਗੱਲ ਕਰਦੇ ਹਾਂ, ਗੁਰਮਤ ਦਾ ਸਿਧਾਂਤ ਕੀ ਕਹਿੰਦਾ ਹੈ? ਪਿਆਰ ਦੇ ਵਿੱਚ ਕੀ ਇਹ ਬਰਾਬਰੀ ਹੁੰਦੀ ਹੈ, ਤੂੰ ਨਹੀਂ ਤੋੜੇਗਾ ਤੇ ਮੈਂ ਵੀ ਨਹੀਂ ਤੋੜਾਂਗਾ? ਨਹੀਂ। ਗੁਰਮਤ ਦੇ ਸਿਧਾਂਤ ਹਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਬਚਨ, ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦੈ ਤਾਂ ਛੋੜ ਨਾ ਜਾਈ। ਜੇ ਤੇਰੇ ਮਾਰਗ ਤੇ ਚੱਲਦੇ ਆ ਮੇਰੀ ਤਾਰੀਫ ਹੋਏਗੀ, ਦੁਨੀਆ ਮੈਨੂੰ ਬਹੁਤ ਸਾਰੀ ਸ਼ਲਾਘਾ ਦੇਗੀ, ਐਪਰੀਸ਼ੀਏਟ ਕਰੇਗੀ ਮੈਨੂੰ, ਤੇ ਤੇਰੀ ਤਾਰੀਫ ਹੈ, ਮੇਰੀ ਤਾਰੀਫ ਹੀ ਨਹੀਂ, ਸਾਰਾ ਕ੍ਰੈਡਿਟ ਤੈਨੂੰ ਜਾਂਦਾ। ਤੇ ਜੇ ਇਸ ਮਾਰਗ ਤੇ ਚੱਲਦੇ ਆ ਲੋਕ ਮੇਰੀ ਨਿੰਦਾ ਕਰਨਗੇ, ਮੈਨੂੰ ਡਿਫੇਮ ਕਰਨਗੇ, ਤਾਂ ਵੀ ਮਹਾਰਾਜ ਕਹਿੰਦੇ ਆਈ ਵਿਲ ਨਾਟ ਲੀਵ ਯੂ, ਮੈਂ ਤੈਨੂੰ ਛੱਡਾਂਗਾ ਨਹੀਂ, ਮੈਂ ਤੇਰਾ ਪੱਲਾ ਨਹੀਂ ਛੱਡਣ ਵਾਲਾ। ਕੋਈ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦਿਓ ਹੈ ਢਾਰ। ਲੋਕ ਬੁਰਾ ਕਹਿਣ ਭਲਾ ਕਹਿਣ, ਅਸੀਂ ਤੇ ਚੱਲ ਪਏ ਹਾਂ। ਸਾਨੂੰ ਗਿਆਨ ਨੇ, ਆਤਮਾ ਨੇ, ਇਨਰ ਵੌਇਸ ਨੇ, ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਜੋ ਤੂੰ ਕਰ ਰਿਹਾ ਬਿਲਕੁਲ ਰਾਈਟ ਪਾਥ ਤੇ ਹੈ, ਬਿਲਕੁਲ ਸਹੀ ਜਾ ਰਹੇ ਹੈ, ਚੱਲਦਾ ਰਹਾਂਗਾ। ਸੋ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਏ। ਫਿਰ ਮਹਾਰਾਜ ਫਰਮਾਉਂਦੇ ਨੇ, ਜੇ ਪਾਸ ਬਹਾਲੈ ਤਾਂ ਤੁਝੇ ਅਰਾਧੀ, ਜੇ ਮਾਰ ਕੱਢੈ ਭੀ ਧਿਆਈ। ਜੇ ਤੂੰ ਮੈਨੂੰ, ਇਹ ਤੇ ਲੋਕਾਂ ਦੀ ਗੱਲ ਸੀ ਪਹਿਲੇ ਕਿ ਲੋਕ ਮੇਰੇ ਬਾਰੇ ਕੀ ਕਮੈਂਟਸ ਕਰਦੇ ਹਨ, ਲੋਕਾਂ ਦਾ ਕੀ ਸਟੇਟਮੈਂਟ ਹੈ, ਮੈਨੂੰ ਉਸਦੀ ਪਰਵਾਹ ਨਹੀਂ, ਇਹ ਡਜ਼ਨਟ ਮੈਟਰ, ਕੋਈ ਗੱਲ ਹੀ ਨਹੀਂ ਦੀ।
ਹੁਣ ਗੁਰੂ ਸਾਹਿਬ ਕਹਿੰਦੇ ਅਗਰ ਤੂੰ ਵੀ ਐ ਪ੍ਰਭੂ ਆਪਣੇ ਕੋਲ ਬਿਠਾਏਗਾ ਤਾਂ ਵੀ ਅਸੀਂ ਤੇਰਾ ਹੀ ਜਸ ਗਾਣਾ, ਤੇ ਜੇ ਤੂੰ ਖੁਦ ਮੈਨੂੰ ਧੱਕੇ ਮਾਰ ਕੇ ਕੁੱਟ ਕੇ ਬਾਹਰ ਕੱਢ ਦੇਂਗਾ ਤੇ ਬਾਹਰ ਜਾ ਕੇ ਵੀ ਮੈਂ ਸਿਰਫ ਤੇਰੇ ਨਾਲ ਹੀ ਜੁੜਿਆ ਰਹਾਂਗਾ, ਤੇਰੇ ਗੁਣ, ਤੇਰੀ ਗੁੱਡ ਕੁਆਲਿਟੀਜ਼, ਤੈਨੂੰ ਯਾਦ ਰੱਖਣਾ, ਇਹ ਮੈਂ ਛੱਡਣ ਵਾਲਾ ਨਹੀਂ। ਜੇ ਪਾਸ ਭਾਲਣਾ ਹੈ ਤਾਂ ਤੁਝੇ ਅਰਾਦੀ ਜੇ ਮਾਰ ਕੱਢਣਾ ਹੈ ਭੀਰ ਤੇ ਆਈ। ਹੁਣ ਭਗਤ ਕਬੀਰ ਜੀ ਦੇ ਵਚਨ ਹਨ। ਭਗਤ ਜੀ ਵੀ ਕਹਿੰਦੇ ਹਨ ਸਾਡਾ ਕੰਮ ਕੀ ਹੈ, ਅਸੀਂ ਬੰਦੇ ਹਾਂ ਨਾ, ਬੰਦੇ ਬੰਦਗੀ ਇਖਤਿਆਰ, ਤੂੰ ਅੱਛੇ ਕੰਮ ਨਾ ਛੱਡੀ, ਗੁਰਸਿੱਖੀ ਨਾ ਛੱਡੀ, ਗੁਰਮਤ ਨਾ ਛੱਡੀ, ਬੰਦਗੀ ਕਰਦਾ ਰਹੀ। ਬੰਦਗੀ ਗੁਣਾ ਤੇ ਹੀ ਟਿਕੀ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣਾ ਨੂੰ ਨਾ ਛੱਡੀ, ਗੁਣਾ ਵਾਲੀ ਇਹ ਭਗਤੀ ਨਾ ਛੱਡੀ, ਰੱਬ ਦੀ ਇਬਾਦਤ ਨਾ ਛੱਡੀ। ਸਾਹਿਬ ਰੋਸ ਧਰੋ ਕੇ ਪਿਆਰ, ਪਰਮਾਤਮਾ ਤੇਰੇ ਨਾਲ ਨਾਰਾਜ਼ ਹੋਏ ਜਾਂ ਖੁਸ਼ ਹੋਏ ਇਹ ਉਸਦੀ ਮਰਜ਼ੀ ਹੈ, ਉਹ ਆਜ਼ਾਦ ਹੈ, ਉਹ ਜੋ ਮਰਜ਼ੀ ਕਰੇ। ਪਰ ਸਾਡਾ ਕੰਮ ਇੱਕ ਹੀ ਹੈ, ਬੰਦਗੀ ਕਰਦੇ ਰਹਿਣਾ, ਬੰਦਗੀ ਤੋਂ ਇੱਧਰ ਉੱਧਰ ਨਹੀਂ ਜਾਣਾ। ਇੱਥੋਂ ਵੀ ਸਾਡੇ ਸਾਹਮਣੇ ਗੱਲ ਸਪਸ਼ਟ ਹੋ ਰਹੀ ਹੈ, ਮਾਧਵੇ ਤੁਮਨ ਤੋਰੋ ਤੋ ਹਮ ਨਹੀਂ ਤੋਰੇ, ਸਾਹਿਬ ਰੋਸ ਧਰੋ ਕੇ ਪਿਆਰ। ਫਿਰ ਅਗਲੀਆਂ ਪੰਕਤੀਆਂ, ਕਬੀਰ ਰਾਮ ਨਾ ਛੋਡੀ ਹੈ, ਤਨ ਧਨ ਜਾਏ ਤਾਂ ਜਾਓ। ਗੁਰਮਤ ਦਾ ਸਿਧਾਂਤ ਇਸੇ ਤੇ ਚੱਲਦਾ ਹੈ ਕਿ ਜੋ ਮਰਜੀ ਹੋ ਜਾਏ, कबीर साधु को मिलने जाइए साथ ना लीजिए कोई, पाछे पाँव ना दीजिए आगे होए सो होए। मतलब वट एवर विल बी जो भी ਹੁੰਦਾ ਹੈ ਦੇਖਿਆ ਜਾਏਗਾ। ਕੁਝ ਵੀ ਹੁੰਦਾ ਹੈ ਸਾਡੇ ਪੱਖ ਵਿੱਚ, ਕਿਉਂਕਿ ਇਹ ਜਿਹੜੇ ਪੱਖ ਹਨ ਇਹ ਵੀ ਮੈਂ ਅਜੇ ਥੋੜਾ ਜਿਹਾ ਇੱਥੇ ਰੋਕ ਰਿਹਾ ਕਿ ਇਹ ਪੱਖ ਅਸੀਂ ਕਿਸ ਚੀਜ਼ ਤੋਂ ਸਮਝਦੇ ਹਾਂ ਕਿ ਮਾਧਵੇ ਤੂੰ ਮਨ ਤੋਰੋ ਰੱਬ ਨੇ ਤੋੜ ਲਈ ਸਾਡੇ ਨਾਲ, ਜਦਕਿ ਰੱਬ ਤੋੜਦਾ ਨਹੀਂ ਹੈ। ਪਰ ਅਸੀਂ ਅਜੇ ਇਸ ਚੀਜ਼ ਦੀ ਗੱਲ ਕਰੀਏ ਤੋ ਹਮ ਨਹੀਂ ਤੋੜੇ, ਅਜੇ ਉਹ ਪਹਿਲਾ ਵਾਲਾ ਸਬਜੈਕਟ ਅਸੀਂ ਨਹੀਂ ਲੈ ਰਹੇ ਮਾਧਵੇ ਤੂੰ ਮਨ ਤੋਰੋ, ਅਸੀਂ ਅਜੇ ਇਸ ਦੀ ਗੱਲ ਕरें ਤੋ ਹਮ ਨਹੀਂ ਤੋੜੇ। ਈਵਨ ਦੈਨ I will not break with you, ਮੈਂ ਤਾਂ ਵੀ ਤੇਰੇ ਨਾਲ ਨਹੀਂ ਤੋੜਾਂਗਾ, ਜੋ ਮਰਜ਼ੀ ਹੋ ਜਾਏ। ਜੋ ਤਨ ਚੀਰੈ ਅੰਗ ਨਾ ਮੋਰੋਂ, ਤੂੰ ਮੈਨੂੰ ਚੀਰ ਵੀ ਦੇਵੇਂ, ਭਾਈ ਮਤੀ ਦਾਸ ਜੀ ਦੀ ਤਰ੍ਹਾਂ ਆਰਾ ਵੀ ਚਲਵਾਣਾ ਪੈ ਜਾਏ ਤੇ ਉੱਥੇ ਵੀ ਇਹੀ ਸ਼ਬਦ ਹੈ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ। ਆਰਾ ਚੰਗਾ ਹੈ, ਕਰਵਤ ਚੰਗਾ ਹੈ, ਤੇਰੀ ਕਰਵਟ ਨਹੀਂ ਚਾਹੀਦੀ, ਤੇਰੇ ਵੱਲ ਨੂੰ ਨਾ ਮੂੰਹ ਮੁੜ ਜਾਏ, ਤੇਰੇ ਤੋਂ ਮੁਨਕਰ ਨਾ ਹੋ ਜਾਵਾਂ, ਤੇਰੇ ਮਾਰਗ ਤੋਂ ਮੈਂ ਯੂ ਟਰਨ ਨਾ ਲਗਾ ਲਵਾਂ। ਭਾਵੇਂ ਨਦੀਆਂ ਜਿਹੜੀਆਂ ਉਹ ਪਿੱਛੇ ਮੁੜ ਸਕਦੀਆਂ, ਗੰਗ ਜਮੁਨ ਜੋ ਉਲਟੀ ਬਹਿ ਤੋ ਨਾਮਾ ਹਰ ਕਰਤਾ ਰਹਿ। ਕਹਿੰਦੇ ਰਿਵਰਸ ਨੈਵਰ ਰਿਵਰਸ, ਕਹਿੰਦੇ ਨਦੀਆਂ ਕਦੇ ਪਿੱਛੇ ਨਹੀਂ ਮੁੜਦੀਆਂ, ਪਰ ਭਗਤ ਜੀ ਕਹਿੰਦੇ ਚਲੋ ਮੁੜ ਜਾਣਗੀਆਂ, ਮੰਨ ਲਓ ਕਿ ਮੁੜ ਸਕਦੀਆਂ, ਪਰ ਮੈਂ ਜਿਸ ਮਾਰਗ ਤੇ ਚੱਲਿਆ, ਭਗਤ ਨਾਮਦੇਵ ਜੀ ਕਹਿੰਦੇ ਪਿੱਛੇ ਮੁੜਨ ਦਾ ਸਵਾਲ ਹੀ ਨਹੀਂ ਹੈ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਅਸਲੀ ਮੌਤ ਇਹ ਹੈ ਮੈਂ ਤੇਰੇ ਤੋਂ ਮੁਨਕਰ ਹੋ ਗਿਆ, ਤੇਰੀ ਗੱਲ ਹੀ ਨਹੀਂ ਮੰਨਦਾ, ਤੇਰੀ ਰਜ਼ਾ ਵਿੱਚ ਹੀ ਨਹੀਂ ਚੱਲਦਾ। ਫਿਰ ਜੇ ਤੇਰੀ ਰਜ਼ਾ ਵਿੱਚ ਚੱਲਦੇ ਆ ਮੈਨੂੰ ਆਪਣਾ ਆਪ ਚਿਰਵਾਣਾ ਪਏ, ਕਟਵਾਣਾ ਪਵੇ। ਜੋ ਤਨ ਚੀਰੈ ਅੰਗ ਨਾ ਮੋਰੋਂ, ਪਿੰਡ ਪਰੈ ਤੋ ਪ੍ਰੀਤ ਨਾ ਤੋਰੋਂ। ਦੇਖੋ ਫਿਰ ਪ੍ਰੀਤ ਦੀ ਗੱਲ ਆ ਗਈ, ਸਰੀਰ ਚਲਾ ਜਾਏ ਬੇਸ਼ੱਕ ਪਰ ਫਿਰ ਵੀ ਮੈਂ ਪ੍ਰੀਤ ਨਹੀਂ ਤੋੜਾਂਗਾ। ਮਾਧਵੇ ਤੁਮਨ ਤੋਰੋ ਜੋ ਤਨ ਚੀਰੈ, ਤੇ ਮੈਂ ਅੰਗ ਨਾ ਮੋਰੋਂ ਤੋ ਹਮ ਨਹੀਂ ਤੋੜਿਆ, ਮੈਂ ਤਾਂ ਵੀ ਨਹੀਂ ਤੋੜਦਾ, ਮੈਂ ਤਾਂ ਵੀ ਤੇਰੇ ਨਾਲ ਹੀ ਜੁੜਿਆ ਰਹਾਂ। ਕਹਿੰਦੇ ਨੇ ਇੱਕ ਖਰਗੋਸ਼ ਸੀ ਤੇ ਉਹ ਰੋਜ਼ ਨਾ ਇੱਕ ਲੁਹਾਰ ਦੇ ਕੋਲ ਉਹਨੇ ਜਾਣਾ ਸ਼ੁਰੂ ਕੀਤਾ। ਹੁਣ ਲੁਹਾਰ ਦੇ ਕੋਲ ਜਾਂਦਾ ਹੈ, ਬਲੈਕ ਸਮਿਥ ਦੇ ਕੋਲ, ਤੇ ਜਾ ਕੇ ਉਹ ਖਰਗੋਸ਼ ਕਹਿੰਦਾ ਹੈ ਕਿ ਲੁਹਾਰ ਭਾਈ ਤੇਰੇ ਕੋਲ ਗਾਜਰ ਹੈ। ਹੁਣ ਖਰਗੋਸ਼ ਨੂੰ ਗਾਜਰਾਂ ਨਾਲ ਪਿਆਰ ਹੁੰਦਾ, ਕੈਰਟ ਨਾਲ, ਤੇ ਲੁਹਾਰ ਕਹਿੰਦਾ ਨਹੀਂ ਹੈ, ਗਾਜਰ ਨਹੀਂ ਹੈ। ਅਗਲਾ ਦਿਨ ਹੁੰਦਾ, ਸਵੇਰੇ ਉੱਠ ਕੇ ਫਿਰ ਉਹ ਰੈਬਿਟ ਖਰਗੋਸ਼ ਜਿਹੜਾ ਹੈ ਫਿਰ ਜਾਂਦਾ ਲੁਹਾਰ ਦੇ ਕੋਲ, ਜਾ ਕੇ ਕਹਿੰਦਾ ਅੱਜ ਦੇਖ ਲਓ ਤੁਸੀਂ, ਅੱਜ ਤੁਹਾਡੇ ਕੋਲ ਗਾਜਰ ਹੋਣੀ ਹੈ। ਉਹ ਕਹਿੰਦਾ ਨਹੀਂ ਹੈ, ਗਾਜਰ ਨਹੀਂ ਹੈ। ਤੀਸਰੇ ਦਿਨ ਫਿਰ ਜਾਂਦਾ, ਖਰਗੋਸ਼ ਜਾ ਕੇ ਲੁਹਾਰ ਨੂੰ ਕਹਿੰਦਾ ਹੈ ਲੁਹਾਰ ਭਰਾਵਾ ਦੇਖ ਤੇ ਸਹੀ ਤੇਰੇ ਕੋਲ ਗਾਜਰ ਹੈ ਕਿ ਨਹੀਂ ਹੈ। ਉਹ ਕਹਿੰਦਾ ਤੈਨੂੰ ਕੱਲ ਵੀ ਕਿਹਾ ਸੀ, ਪਰਸੋਂ ਵੀ ਕਿਹਾ ਸੀ, ਤੂੰ ਫਿਰ ਆ ਗਿਆ। ਤੇ ਉਹ ਕਹਿੰਦਾ ਨਹੀਂ ਦੇਖ ਲਓ, ਸ਼ਾਇਦ ਤੁਹਾਡੀ ਵੋਟੀ ਨੇ, ਵਾਈਫ ਨੇ ਟਿਫਨ ਵਿੱਚ ਸਲਾਦ ਵਿੱਚ ਸੈਲਡ ਵਿੱਚ ਪਾ ਕੇ ਦੇ ਦਿੱਤੀ ਹੋਵੇ। ਉਹ ਕਹਿੰਦਾ ਮੈਂ ਸਲਾਦ ਖਾਂਦਾ ਹੀ ਨਹੀਂ। ਸਾਡੇ ਵਰਗਾ ਹੀ ਹੋਏਗਾ ਨਾ ਲੁਹਾਰ, ਕਿਉਂਕਿ ਕਹਿੰਦੇ ਨਾ 6 ਵਿੱਚੋਂ 5 ਬੰਦੇ ਤੇ ਸਲਾਦ ਖਾਂਦੇ ਹੀ ਨਹੀਂ। ਤੇ ਉਹ ਲੁਹਾਰ ਕਹਿੰਦਾ ਮੈਂ ਸਲਾਦ ਖਾਂਦਾ ਹੀ ਨਹੀਂ, ਮੈਂ ਤਾਂ ਰੋਟੀ ਖਾਂਦਾ ਸਿਰਫ। ਤੇ ਉਹ ਕਹਿੰਦਾ ਦੇਖ ਲਓ, ਅੱਛੀ ਤਰ੍ਹਾਂ ਚੈੱਕ ਕਰ ਲਓ, ਭੁੱਲੇ ਬਿਸਰੇ ਕਦੇ ਗਲਤੀ ਨਾਲ ਆ ਗਈ ਹੋਵੇ, ਨਹੀਂ ਹੈ ਜੀ। ਚੌਥੇ ਦਿਨ ਫਿਰ ਖਰਗੋਸ਼ ਜਾਂਦਾ, ਖਰਗੋਸ਼ ਜਾ ਕੇ ਲੁਹਾਰ ਨੂੰ ਇਹੀ ਗੱਲ ਪੁੱਛਦਾ, ਇੱਕ ਹੀ ਚੀਜ਼ ਬਾਰ-ਬਾਰ ਰਿਪੀਟ ਕਰਦਾ, ਲੁਹਾਰ ਭਾਈ ਗਾਜਰ ਹੈ। ਤੇ ਲੁਹਾਰ ਨੂੰ ਚੜਦਾ ਗੁੱਸਾ। ਲੁਹਾਰ ਦੇ ਕੋਲ ਜੋ ਟੂਲ ਪਿਆ ਹੁੰਦਾ ਨਾ, ਗੰਡਾਸਾ, ਛੈਣੀ, ਉਹ ਕੀ ਕਹਿੰਦੇ ਉਹਨੂੰ, ਪਲਾਸ ਟਾਈਪ ਹੁੰਦਾ ਜਿਵੇਂ ਜੰਬੂਰ ਜਿਹਾ, ਤੇ ਉਹ ਚੁੱਕ ਕੇ ਮਾਰਦਾ। ਖਰਗੋਸ਼ ਦੇ ਜਿਹੜੇ ਸਾਹਮਣੇ ਦੇ ਦੰਦ ਹੁੰਦੇ ਨੇ ਨਾ ਦੋ, ਉਹ ਟੁੱਟ ਜਾਂਦੇ ਨੇ।
ਤੇ ਖਰਗੋਸ਼ ਜਿਹੜਾ ਵਾਪਸ ਚਲਾ ਜਾਂਦਾ। 5ਵੇਂ ਦਿਨ ਖਰਗੋਸ਼ ਫਿਰ ਸਵੇਰੇ ਆਉਂਦਾ ਤੇ ਖਰਗੋਸ਼ ਆ ਕੇ ਲੁਹਾਰ ਨੂੰ ਪਤਾ ਕੀ ਪੁੱਛਦਾ, ਤੇ ਲੁਹਾਰ ਉਹਨੂੰ ਪਹਿਲੇ ਪੁੱਛ ਦਿੰਦਾ ਕੀ ਗੱਲ ਹੈ, ਅੱਜ ਫਿਰ ਗਾਜਰ ਲੈਣਾ ਹੈ, ਕੱਲ ਦੀ ਮਾਰ ਭੁੱਲ ਗਿਆ, ਦੰਦ ਤੇਰੇ ਮੈਂ ਤੋੜ ਛੱਡੇ ਹਨ, ਭੰਨ ਛੱਡੇ ਹਨ ਤੇਰੇ ਦੰਦ, ਤੂੰ ਫਿਰ ਗਾਜਰ ਲੈਣਾ ਹੈ। ਤੇ ਖਰਗੋਸ਼ ਕਹਿੰਦਾ ਨਹੀਂ ਗਾਜਰ ਨਹੀਂ ਚਾਹੀਦੀ, ਗਾਜਰ ਦਾ ਹਲਵਾ ਹੈ। ਤੇ ਲੁਹਾਰ ਕਹਿੰਦਾ ਬੜਾ ਢੀਠ ਹੈ ਤੂੰ। ਤੇ ਕਹਿਣ ਦਾ ਮਤਲਬ ਇਹ ਹੈ ਕਿ ਆਪਣੀ ਜਿਹੜੀ ਮੰਗ ਹੈ ਨਾ, ਭਾਵੇਂ ਦੰਦ ਟੁੱਟ ਗਏ ਖਰਗੋਸ਼ ਦੇ, ਖਰਗੋਸ਼ ਮਤਲਬ ਸਮਝੋ ਸਾਡੀ ਆਤਮਾ ਇਤਨੀ ਦ੍ਰਿੜ ਹੋਣੀ ਚਾਹੀਦੀ ਹੈ, ਭਾਵੇਂ ਕਹਾਂ ਪਇਓ ਜੋ ਤਨ ਪਇਓ ਛਿਨ ਛਿਨ, शरीर छिन छिन हो जाए, नाश हो जाए, कख ना बचे विच, फिर भी प्रेम जाए तो डर पै तेरो जन। भगत रविदास जी दे वचन, प्रेम नहीं जाना चाहिए। बाबा फरीद जी भी कहते फरीदा जोबन जांदे ना डरा, जे शह प्रीत न जाए, फरीदा कितनी जोबन प्रीत बिन सुख गए कुमलाए। मैनू जवानी जान का डर नहीं, शरीर नाश हो जाए, दंद टुट जान, खरगोश कहता कोई नहीं, हुण साबत नहीं खा सकते, खानी गाजर ही है, क्योंकि खरगोश की रुचि, खरगोश की खुराक, खरगोश का प्यार गाजरां नाल है। इसनूं कहंदे ने जौ तन चीरै अंग ना मोरों, पिंड परै तो प्रीत ना तोरों। फिर अगले प्रमाण हैं जी, उन्हां विच भी यही गल आ रही है। भगत रविदास जी का एक प्रमाण और है, मेरी हरो विपत जन करो सुभाई, चरण ना छाडो शरीर कल जाई। तू मेरी विपता हर लै, मेरी अवस्था उच्ची कर दे, मैनू सोहने प्यार वाला बना दे, सुभाई मेरा सुभाव अच्छा कर दे, चरण ना छाडो, मैं तेरे चरण नहीं छड्डण वाला, भावें शरीर चला जाए। ते हुण ये सारियां गल्लां, सारे प्रमाण जितने भी गुरबाणी च आ रहे हैं, इन्हां सब दा एक ही सार बन रहा है कि प्रेम विच की है, प्रेम दे विच वारना है, प्रेम दे विच निछावर करना, प्रेम दे विच सब कुछ वारिया जांदा है। और एक ऐसा महान प्रेम प्रीत है, इस विच तनाव नहीं है, कोई स्ट्रैस नहीं है। इस प्यार दे विच जदों कोई जींदा है ना, उहदे अंदर कोई दबाव नहीं होंदा, और दबाव वाला प्यार नहीं है। इस प्यार विच कोई तनाव नहीं है, इस प्यार विच कोई घुमाव फिराव नहीं है, इस प्यार विच कोई बचाव नहीं है, ना तो घुमाण फिराण वाली गल्लां हैं, इधर उधर दीयां गल्लां नहीं हैं, सीधा है जो भी है, साफ स्पष्ट है, धुंधला कुछ नहीं। और इस प्यार दे अंदर जिहड़ा तनाव नहीं है, घुमाव फिराव नहीं है, और इस प्यार बचाव, बचाव मतलब अपने आप को बचा भी ला, बचाने की तो गल ही कुछ नहीं है। गुरु साहब के बचन हैं, मन तन रता राम प्यारे, सरबस दीजे अपना वारे। इतने सब कुछ वारिया जाता है, 4 पुत्र वार दिते गए, पिता जी वार दिते गए, सारा सरबंस वार दिता गया। ये प्रेम है, प्रेम दे विच बचाव नहीं होंदा, प्रेम दे विच ते अपना आप भी वार दिता जाता है। कहने एक जंगल दे विच अग लगी हुई सी, हर पासे अग ही अग, ते एक हिंदी का कवि उस जंगल दे विचों जा रहा सी, ते जाके की देखदा है, एक बूटे दे उत्ते अग लगी हुई है, ते पंछी जिहड़े परिंदे सी वो उड़ नहीं रहे, उत्थे बैठे हुए हैं। तो हुण जदों उन्होंने देखा कि उड़ते रहे नहीं, तो कवि कहता है, वो अपनी कविता दे विच लिखदा 2 पंक्तियां, हिंदी दी रचना है, वो पंछियां नूं कहंदा है, परिंदियां नूं, आग लगी वृक्ष पर जल जल गिरे पात, ऐ पक्षियों तुम उड़ चलो पंख तुम्हारे साथ। इस बूटे ते अग लगी है, बूटा तो हिल नहीं सकता, दौड़ नहीं सकता, पर तुहानू ते परिंदे क्या, पर तू परिंदे बने, पर हैन ते तुसी परिंदे हो, तुहाडे कोल विंग्स हैं, ते तुसी उड़दे क्यों नहीं? तुसी उड़ो, कहना ट्राई टू फ्लाई, उड़न की कोशिश ते करो, तुसी उड़दे क्यों नहीं हो? ते पक्षियां ने, पंछियां ने बड़ा सोहना जवाब दिता। कवि ने कहा, आग लगी वृक्ष पर जल जल गिरे पात, ऐ पक्षियों तुम उड़ चलो पंख तुम्हारे साथ। पक्षी अगे रिप्लाई करते हैं, जवाब देंदे हैं, जिसके मीठे फल खाए और गंदे कीने पात, जिसके मीठे फल खाए और गंदे कीने पात, धर्म हमारा है यही जलें इसी के साथ। वो कहते सारी जिंदगी के फल खाते रहे हैं, घोंसले इसते बनाए हैं, पत्ते भी असी बिठा कर करके ही गंदे किए हैं, साडा शौचालय भी यही पेड़ रहा, बूटा रहा, तो हुण साडा धर्म यह बनता असीं इहदे नाल ही सड़ांगे। ये बड़ी खूबसूरत गल पंछी कह रहे हैं। गुरबाणी विच इसनूं इस तरह बयान किया गया, जिस प्यारे स्यों नेह तिस आगै मर चलीए। जिस दे नाल प्यार होवे ना, उसदे रस्ते ते फिर
तन तन जाए तो जाओ, तन तन जाता चला जाए। जिस प्यारे स्यों ने तिस आगे मर चलिए, त्रिग जीवन संसार ताकै पाछै जीवना। संसार तू पावे थे विकार है, विकारां विच जीना कोई जीना है, पल पल मरना है। पल पल मरदे मरदे एक दिन मन मर रहा सी, एक दिन तन भी मर गया। और जदों तन मरिया उस वेले भी मन मरिया ही होया सी। उस वेले भी मन कोई जीवित नहीं सी, मन च कोई चाओ खेड़ा विकास ते सी नहीं। सो प्यार ही कहता है, प्यार च बचाव नहीं है, प्यार च सिर्फ बहाव 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 ही है, बहना ही बहना है। और अपना आप भी कुछ बहाना पवे तो इंसान फिर ਜਿਹੜਾ प्यार ਦੇ ਵਿੱਚ ਜੁੜਿਆ ਹੁੰਦਾ ਪਿੱਛੇ ਨਹੀਂ ਹਟਦਾ ਜੀ। ਸੋ ਇਹ ਗੱਲ ਹੁਣ ਕਲੀਅਰ ਹੈ, ਸਪਸ਼ਟ ਹੈ। ਆਸ ਕਰਦੇ ਹਾਂ ਸਾਰਿਆਂ ਨੂੰ ਸਮਝ ਆ ਗਈ ਹੋਣੀ ਹੈ ਕਿ ਗੁਰਮਤ ਇਸ ਗੱਲ ਦੇ ਉੱਤੇ ਪੁਰਜ਼ੋਰ ਔਰ ਅੱਛੀ ਤਰ੍ਹਾਂ ਜ਼ੋਰ ਦੇ ਕੇ ਸਾਨੂੰ ਸਮਝਾਉਂਦੀ ਹੈ ਕਿ ਜੇ ਰੱਬ ਦੇ ਮਾਰਗ ਤੇ ਅਸੀਂ ਚੱਲ ਰਹੇ ਹਾਂ ਤੇ ਫਿਰ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਜੀ। ਹੁਣ ਗੱਲ ਕਰਦੇ ਹਾਂ ਸ਼ਬਦ ਦੇ ਵਿੱਚ ਭਗਤ ਜੀ ਨੇ ਜੋ ਤੁਲਨਾਵਾਂ ਔਰ ਜੋ ਉਦਾਹਰਨਾਂ ਦਿੱਤੀਆਂ ਹਨ, ਉਹਨਾਂ ਸਾਰਿਆਂ ਤੋਂ ਵੀ ਇਹ ਸਪਸ਼ਟ ਹੋ ਰਿਹਾ ਹੈ ਕਿ ਤੂੰ ਮੇਰੇ ਬਿਨਾਂ ਰਹਿ ਸਕਦਾ ਹੈ, मैं तेरे बिना नहीं रह सकता। जो तुम गिरवर तो हम मोरा। देखो ध्यान देना, तू माउंटेन है ते मैं एक पीकॉक हाँ। पहाड़ एक होंदा है, मोर हो सकता है 50 होण 500 होण, और पहाड़ बिना मोरां दे भी हो सकता है। कई पहाड़ ने जिथे मोर नहीं है, पर मोर किथे रहे? मोर आसमान च रह नहीं सकता, जमीन ते चाहिए। पहाड़ एक जमीन है, जमीन दा उठी हुई जमीन कह लो, जिहड़ी पहाड़ उठिया है उभार है। तू मोर है, तू मेरे बिना रह, तू पहाड़ है मेरे बिना रह सकता है, मैं मोर हाँ तेरे बिना नहीं रह सकता। तू बहुत बड़ा है, मैं बहुत छोटा। जो तुम चंद तो हम भये हैं चकोरा। जे तू चंद्रमा है, चंद्रमा एक होंदा है, चकोरा कई होंदियां। मैं चकोर हाँ, तेनू देख के ही गांदी हाँ, तू ही मेरा आधार है, तेनू देख देख के मैं खुश होंदी हाँ। मोर पहला पांदा है, चकोर खुश होंदी है। माधवे तुमन तोरो, तुसी तोड़ लो, तुसी आजाद हो। ਤੁਹਾਡੇ ਤੇ ਕਈ ਭਗਤ, ਤੁਹਾਡੇ ਤੇ ਕਈ ਮੁਰੀਦ, ਤੁਹਾਡੇ ਤੇ ਕਈ दीवाने, मैं किथे जावां। माधवे तुमन तोरो तो हम नहीं तोरे, क्योंकि मेरे को कोई ऑप्शन नहीं, अल्टर नहीं। तुम स्यों तोर कवन स्यों जोर है। इस लाइन तो भी पहली लाइन का अर्थ क्लीयर हो रहा है कि मैं तेरे नाल तोड़ा क्यों, तेरे नाल तोड़ के मैं जोड़ांगा किस नाल। तुदनों छोड़ जाइए प्रभ कै धर, आन ना बिया तेरी संसर। तेरे गुणा नूं छड्ड के मैं किहड़े गुण अपनावां। उन्हां च कोई चैन है, कोई शांति है, कोई सुकून है। कह रविदास छुटबो कवन गुण, उत्थे भी यही गल आई सी, प्रेम की जेवरी बांधियो तेरो जन। कह रविदास छुटबो कवन गुण, मैं प्रेम की रस्सी च बन्निया होया, ते जे मैं इस रस्सी चों आजाद हो जावां, तेरे प्रेम की डोर विचों अपने आप नूं हटा लवां, ते इसदा फायदा की है? कोई फायदा नहीं है, नुकसान ही नुकसान है। या तो कोई आके मैनू दस दे कि रब तो इलावा एक और शख्सियत या एक और ऐसी कोई जीवनी है, कोई ऐसा लाइफ स्टाइल है, कोई वे ऑफ लाइफ है जिसनों अपना के असी बहुत सुखी हो सकते हैं, तो है नहीं। बंद खलासी पाना होए, बंदना तू खलासी पाने भी चल के ही होएगी, बंद खलासी पाना होए और आख ना सकै कोई। इस तो इलावा कोई और रास्ता है नहीं है। ते जे को खायक आखण पाए, ते जे को कह नहीं है, तो फिर उस रस्ते ते गिलानी दियां आत्मक साड़े दियां जो जुतियां पैंदियां ना, फिर वो ही काउंट कर सकता है जो उस गलत रस्ते ते चलता है। फिर वो जाने जेतियां मुखाए, और रास्ता है ही नहीं है। नानक एक ही बारी और दूजी ना ही जाए, इस नो और थाओ ना ही शब्द लाग सवारिया। मैं होर थाओ ना ही जिस पे करो बेनंती, मेरा दुख सुख तुझी पास। सो तुम स्यों तोर कवन स्यों जोड़ है। तेरे नाल मैं अगर तोड़ भी लवांगा तो किस नाल जोड़ांगा? किसी नाल नहीं जोड़ सकता। किसी कोई कोए मंज निमाणी एक तू, सब ने अपने अपने आसरे बनाए होणगे, वो सब झूठे आसरे हैं, झूठियां प्रीतां हैं, पर मेरा तो तेरे बिना कोई है नहीं ना। इसलिए महाराज जी कहते हैं तुम स्यों तोर कवन स्यों जोर है, तेरे नाल तोड़ के मैं किस नाल जोड़ांगा। फिर अगली उदाहरण विच दिंदे समझाते हैं, जो तुम दीवरा तो हम बाती है। प्रभु जे तू दीवा है तो मैं उस विच पई हुई बत्ती हाँ। दीवा नहीं जलदा, दीवा नहीं बलदा, बत्ती बलदी। तेल जले बाती ठहरानी, तेल सड़दा है, बत्ती ठहर सकती है, दीवा किथे सड़दा है। तू मेरा दायरा है, मैं रहांगा तेरे अंदर ही, तेरे अंदर रह के मैं रुशना सकदा, और सड़ांगा मैं ही। तेनू नहीं सड़न दांगा, तेरे सिद्धांत नहीं मैं डिगण दांगा, उन्होंने मैं थले जमीन ते नहीं आन दांगा। तू दीवा मैं बत्ती, जो तुम तीरथ तो हम जाती। ते जे तू तीरथ स्थान है, मान लो तीरथ स्थान एक होंदा, यात्री तो बहुत होंदे हैं, मैं तेरे वल ही अग्रसर हाँ, तेरे वल ही वध रहा, तेरे वल ही चल रहा।
नानक पूछ चलो गुर अपने, जहाँ प्रभ तां ही जाइए। जिधर प्रभ है या जित मार्ग हर पाइए, मन से ही कर्म कमाए। इत मार्ग चलने भाई अड़े, गुर कह सो कार कमाए। जियो मैं तेरे वाल ही चल रहा, मेरी सारी यात्रा है प्रभु तीरथ तेरे वाल है। जो तुम तीरथ तो हम जाती, ਇਹ ਹੈ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ। ਤੇ ਇਸ ਨੂੰ ਸੱਚੀ ਪ੍ਰੀਤ ਕਹਿੰਦੇ ਹਨ, ਜੋ ਮੈਂ ਤੇਰੇ ਨਾਲ ਜੋੜੀ ਹੈ। ਤੁਮ ਸਿਓ ਜੋਰ ਅਵਰ ਸੰਗ ਤੋਰੀ। ਇੱਥੇ ਅਵਰ ਦਾ ਅਰਥ ਵੀ ਅਸੀਂ ਕਈ ਵਾਰੀ ਇਹ ਕਰ ਜਾਂਦੇ ਹਾਂ ਜੀ, ਮੈਂ ਲੋਕਾਂ ਨਾਲ ਤੋੜ ਲਈ ਹੈ। ਨਹੀਂ, ਲੋਕਾਂ ਨਾਲ ਤੋੜਨਾ ਤੇ ਫਿਰ ਉਹੀ ਗੱਲ ਹੋ ਜਾਏਗੀ, ਹਿਮਾਲਿਆ ਪਰਬਤ ਤੇ ਚਲੇ ਜਾਓ, ਗੁਫਾ ਵਿੱਚ ਬੈਠ ਜਾਓ, ਜੰਗਲਾਂ ਵਿੱਚ ਇਕਾਂਤ ਵਿੱਚ ਰਹਿ ਲਓ। ਨਹੀਂ, ਇੱਥੇ ਲੋਕਾਂ ਦੀ ਗੱਲ ਨਹੀਂ ਹੋ ਰਹੀ ਹੈ। ਇੱਥੇ ਗੱਲ ਹੋ ਰਹੀ ਹੈ ਇੱਕ ਪਾਸੇ ਪੰਜ ਵਿਕਾਰ ਹਨ, ਪੰਜ ਵਿਕਾਰ ਹਨ, ਜਾਂ ਕਹਿ ਲਓ ਸਾਮੂਹਿਕ ਰੂਪ ਵਿੱਚ ਮਾਇਆ ਹੈ। ਪੰਜ ਭੂਤ ਜਣੇ ਇੱਕ ਮਾਇਆ। ਮੈਂ ਮਾਇਆ ਨਾਲੋਂ ਤੋੜ ਕੇ ਤੇਰੇ ਨਾਲ ਜੋੜ ਲਈ ਹੈ। ਮੇਰੀ ਪ੍ਰੀਤ ਸਿਰਫ ਤੇਰੇ ਨਾਲ ਹੈ। ਕਾਮ ਕ੍ਰੋਧ ਸਿਉ ਠਾਠ ਨਾ ਬਣਿਆ, ਗੁਰੂ ਉਪਦੇਸ਼ ਮੋਹਿ ਕਾਨੀ ਸੁਣਿਆ। ਹੁਣ ਮੇਰਾ ਕਾਮ ਕ੍ਰੋਧ ਨਾਲ ਕੋਈ ਲੈਣ ਦੇਣ ਨਹੀਂ, ਤੇਰੇ ਨਾਲ ਪ੍ਰੀਤ ਹੈ, ਸੱਚੀ ਪ੍ਰੀਤ ਹੈ। ਉਹਨਾਂ ਨਾਲ ਮੈਂ ਤੋੜ ਕੇ ਤੇਰੇ ਨਾਲ ਜੋੜ ਲਈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਹੁਣ ਜੇ ਗੱਲ ਆਂਦੀ ਹੈ ਜਨ ਕਲਿਆਣ ਦੀ, ਲੋਕ ਸੇਵਾ ਦੀ, ਉਹ ਅੱਗੇ ਆ ਗਈ ਹੈ। ਲੋਕਾਂ ਨਾਲ ਤੇ ਤੋੜਨ ਦੀ ਗੱਲ ਹੀ ਨਹੀਂ ਹੋ ਰਹੀ ਤੇ ਫਿਰ ਭਗਤ ਜੀ ਕਹਿੰਦੇ ਜਾਂ ਜਾਂ ਜਾਓ ਤਹਾਂ ਤੇਰੀ ਸੇਵਾ। ਜਿੱਥੇ ਜਿੱਥੇ ਵੀ ਮੈਂ ਜਾਣਾ ਉੱਥੇ ਮੈਨੂੰ ਤੇਰੀ ਸੇਵਾ ਦਿਸਦੀ ਹੈ। ਤੇ ਜਿੱਥੇ ਜਿੱਥੇ ਮੈਂ ਜਾਣਾ ਉੱਥੇ ਦੁਨੀਆ ਲੁਕਾਈ ਹੈ, ਲਿਵਿੰਗ ਬੀਇੰਗਸ ਹਨ, ਉੱਥੇ ਮਨੁੱਖ ਹਨ, ਉੱਥੇ ਜੀਵ ਹੈ, ਜੀਵਨ ਹੈ। ਤੇ ਮੈਂ ਉਹਨਾਂ ਸਾਰਿਆਂ ਦੀ ਸੇਵਾ ਕਰਦਾ, ਉਹਨਾਂ ਸਾਰਿਆਂ ਦੀ ਸੇਵਾ ਵਿੱਚ ਮੈਨੂੰ ਤੇਰੀ ਸੇਵਾ ਦਿਸਦੀ ਹੈ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰਬ ਮਾਹੇ। ਖਾਲਕ ਖਲਕਤ ਵਿੱਚ ਹੈ ਤੇ ਖਲਕਤ ਰੱਬ ਦੇ ਵਿੱਚ। ਜਾਂ ਜਾਂ ਜਾਓ ਤਹਾਂ ਤੇਰੀ ਸੇਵਾ, ਹਰ ਜਗ੍ਹਾ ਤੇਰੀ ਸੇਵਾ ਦਿਸ ਰਹੀ ਹੈ। ਨਰ ਸੇਵਾ, ਨਾਰਾਇਣ ਸੇਵਾ। ਤੇ ਇਹ ਪਿਆਰ ਹੈ ਜਿਹਦੇ ਅੰਦਰ ਸੱਚੀ ਪ੍ਰੀਤ ਹੋਏਗੀ ਪਰਮਾਤਮਾ ਦੇ ਪ੍ਰਤੀ, ਤੇ ਉਹ ਪਰਮਾਤਮਾ ਨੂੰ ਸਾਰਿਆਂ ਦੇ ਵਿੱਚ ਦੇਖੇਗਾ, ਆਪਣੇ ਅੰਦਰ ਵੀ ਦੇਖੇਗਾ, ਬਾਹਰ ਵੀ ਦੇਖੇਗਾ। ਫਿਰ ਉਹ ਸੇਵਾ ਕਰਦਾ ਜਾਏਗਾ ਤੇ ਸੇਵਾ ਦੇ ਬਦਲੇ ਵੀ ਉਹ ਗੱਲ ਲਾਗੂ ਹੋਏਗੀ, ਤੁਮਨ ਤੋਰੋ तो हम नहीं ਤੋਰੇ। ਸਾਰੇ ਲੋਕਾਂ ਦੇ ਵਿੱਚ ਬੈਠਾ ਤੂੰ ਹੀ ਹੈ, ਜੇ ਤੂੰ ਧੰਨਵਾਦ ਵੀ ਨਹੀਂ ਦੇਗਾ ਤਾਂ ਵੀ ਮੈਂ ਸੇਵਾ ਕਰਾਂਗਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਡਾਏ। ਫਿਰ ਉੱਥੇ ਨੇਕ ਕਪਟ ਸੇਵਾ ਹੋਏਗੀ। ਫਿਰ ਉੱਥੇ ਕਾਹੂ ਫਲ ਕੀ ਇੱਛਾ ਨਹੀਂ ਬਚ ਹੈ, ਇਹ ਵਾਲੀ ਹੋਏਗੀ, ਸੈਲਫਲੈਸ ਸਰਵਿਸ ਹੋਏਗੀ। ਤੇ ਇਹ ਸਾਰੀਆਂ ਗੱਲਾਂ ਉਹਦੇ ਨਾਲ ਹੀ ਰਿਲੇਟ ਹੋ ਰਹੀਆਂ। ਮਾਧਵੇ ਤੁਮਨ ਤੋਰੋ तो हम नहीं ਤੋਰੇ, ਮੈਂ ਤਾਂ ਵੀ ਸੇਵਾ ਕਰਦਾ ਹੀ ਰਹਾਂਗਾ। ਜੇ ਕੋਈ ਨਿੰਦਾ ਕਰੇਗਾ ਹਰਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰਜਨ ਕੀ ਆਪਣਾ ਗੁਣ ਨਾ ਗਵਾਵੇ, ਆਪਣਾ ਸੁਭਾਅ, ਆਪਣਾ ਨੇਚਰ ਛੱਡੇਗਾ ਨਹੀਂ। ਤੁਮਰੇ ਭਜਨ ਕਟੈ ਜਮ ਫਾਸਾ, ਭਗਤ ਹੇਤ ਗਾਵੇ ਰਵਿਦਾਸਾ। ਤੁਹਾਡੇ ਭਜਨ ਆਤਮਕ ਮੌਤ ਨਹੀਂ ਹੋਣ ਦਿੰਦੇ। ਤੁਹਾਡੇ ਨਾਲ ਜੁੜ ਕੇ ਮਨ ਮਰਦਾ ਨਹੀਂ ਹਮੇਸ਼ਾ। ਤਾਂ ਹੀ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ। ਤੇ ਵਿਗਾਸ ਕਿੱਥੇ ਹੁੰਦਾ? ਜਿੱਥੇ ਜੀਵਨ ਹੁੰਦਾ। ਜਿੱਥੇ ਮੌਤ ਹੋਏਗੀ ਉੱਥੇ ਸੋਗ ਹੋਏਗਾ। ਹੁਣ ਰੱਬ ਦੇ ਅੰਦਰ ਮੌਤ ਨਹੀਂ ਹੈ। ਨਾ ਉਹ ਮਰੇ ਨਾ ਹੋਵੇ ਸੋਗ। ਜੇ ਮਰਦਾ ਨਹੀਂ ਤੇ ਸੋਗ ਵੀ ਨਹੀਂ ਹੈ, ਤੇ ਜੇ ਸਾਡਾ ਮਨ ਮਰੇਗਾ ਵੀ ਨਹੀਂ ਤੇ ਸੋਗ ਵੀ ਨਹੀਂ ਹੋਏਗਾ। ਜੇ ਜੀਵਨ ਰਹੇਗਾ ਅੰਦਰ ਤੇ ਵਿਗਾਸ, ਮੱਥਾ ਖਿੜਿਆ ਰਹੇਗਾ, ਮੱਥੇ ਤੇ ਕੋਈ ਤਿਉੜੀ ਵੀ ਨਹੀਂ ਆਏਗੀ। ਸੋ ਤੁਮਰੇ ਭਜਨ ਕਟੈ ਜਮ ਫਾਸਾ, ਭਗਤ ਹੇਤ ਗਾਵੈ ਰਵਿਦਾਸਾ। ਮੈਂ ਤੇਰੀ ਭਗਤੀ ਵਾਸਤੇ, ਤੇਰੇ ਹੇਤ ਵਾਸਤੇ, ਚਾਉ ਵਾਸਤੇ ਮੈਂ ਗਾ ਰਿਹਾ। ਮੇਰੇ ਗਾਣ ਦੇ ਪਿੱਛੇ ਵੀ ਸਿਰਫ ਇਤਨਾ ਹੀ ਮਕਸਦ ਹੈ ਕਿ ਮੈਂ ਤੇਰਾ ਪਿਆਰ ਆਪਣੇ ਦਿਲ ਵਿੱਚ ਕਾਇਮ ਰੱਖਣਾ ਚਾਹੁੰਦਾ। ਪਿਆਰ ਟਿਕਿਆ ਰਹੇ, ਜਾਏ ਨਾ ਜੀ। ਹੁਣ ਜਿਹੜੀ ਵਿਚਾਰ ਥੋੜੀ ਜਿਹੀ ਵਿੱਚ ਰਹਿ ਗਈ ਸੀ, ਉਸੇ ਨੂੰ ਵੈਸੇ ਤੇ ਉਹ ਪ੍ਰਮਾਣ ਅਸੀਂ ਸਾਂਝੇ ਕਰ ਹੀ ਚੁੱਕੇ ਹਾਂ ਕਿ ਕਿਸ ਚੀਜ਼ ਤੋਂ ਪਤਾ ਚੱਲਦਾ ਹੈ ਕਿ ਰੱਬ ਨੇ ਸਾਡੇ ਨਾਲ ਤੋੜ ਲਈ ਹੈ। ਵੈਸੇ ਸ਼ਬਦ ਮੈਂ ਕਹਿ ਰਿਹਾ ਇਸ ਵਾਸਤੇ ਮੈਂ ਖਿਮਾ ਇਜਾਜ਼ਤ, ਰੱਬ ਤੋੜਦਾ ਨਹੀਂ। ਇਹ ਸਾਡੇ ਪੈਰਾਮੀਟਰਸ ਹਨ, ਕੁਝ ਸਾਡੇ ਪੈਮਾਨੇ ਹਨ ਜਿਨ੍ਹਾਂ ਤੋਂ ਅਸੀਂ ਅੰਦਾਜ਼ੇ ਲਗਾਉਂਦੇ ਰਹਿੰਦੇ ਹਾਂ ਜੀ ਰੱਬ ਨੇ ਸਾਡੇ ਨਾਲ ਤੋੜ ਲਈ ਹੈ। ਜਿਵੇਂ ਸੁਖਮਨੀ ਸਾਹਿਬ ਦੀ ਇਹ ਪੰਕਤੀ ਕਿ ਰੱਬ ਸਾਨੂੰ ਉਹ ਚੀਜ਼ ਨਹੀਂ ਦੇ ਰਿਹਾ ਜੋ ਅਸੀਂ ਮੰਗ ਰਹੇ ਹਾਂ, ਤੇ ਅਸੀਂ ਕਹਿੰਦੇ ਰੱਬ ਨਾਰਾਜ਼ ਹੈ। 10 ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ। ਅਸੀਂ ਆਪਣੇ ਮਨ ਦੇ ਅੰਦਰ ਜਿਹੜੀ ਸੀ ਨਾ ਸ਼ੁੱਧਤਾ ਹੋਣੀ ਚਾਹੀਦੀ ਸੀ, ਪਵਿੱਤਰਤਾ, ਪਾਕੀਜ਼ਗੀ, ਉਹ ਗਵਾ ਲਈ। ਏਕ ਬੀਨਾ ਦੇ 10 ਵੀਰ ਲੈ ਤੋ ਮੂੜਾ ਕੋ ਕਹਾ ਕਰੇ, ਜਾਂ ਆਪਣੀ ਅਮਾਨ ਕਛ ਬਹੁਰ ਸ਼ਾਹ ਲੈ ਅਗਿਆਨੀ ਮਨ ਰੋਸ ਕਰੇ। ਜੇ ਕੋਈ ਚੀਜ਼ ਚਲੀ ਜਾਂਦੀ ਹੈ ਤੇ ਫਿਰ ਅਗਿਆਨੀ ਬੰਦਾ ਆਪਣੇ ਮਨ 'ਚ ਰੋਸ ਕਰਦਾ, ਤੇ ਫਿਰ ਉਹ ਕੀ ਕਹਿੰਦਾ, ਰੱਬ ਨੇ ਮੇਰਾ ਇਹ ਕਰ ਦਿੱਤਾ, ਮੈਂ ਰੱਬ ਦਾ ਕੀ ਵਿਗਾੜਿਆ ਸੀ। ਇਸ ਦਾ ਮਤਲਬ ਅਸੀਂ ਮੰਨਦੇ ਹਾਂ ਕਿ ਅਸੀਂ ਰੱਬ ਦਾ ਕੁਝ ਵਿਗਾੜ ਸਕਦੇ ਹਾਂ। ਅਸੀਂ ਕੁਝ ਨਹੀਂ ਵਿਗਾੜ ਸਕਦੇ ਉਸਦਾ। ਬਾਬਾ ਫਰੀਦ ਜੀ ਕਹਿੰਦੇ ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਰੱਬ ਸਾਨੂੰ ਕਦੇ ਨਹੀਂ ਭੁਲਾਉਂਦਾ। ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ। ਅਸੀਂ ਉਹਨੂੰ ਭੁਲਾ ਸਕਦੇ ਹਾਂ, ਪਰ ਸਾਡੇ ਕੁਝ ਪੈਰਾਮੀਟਰਸ ਹਨ, ਕੁਝ ਮਾਪਦੰਡ ਹਨ ਜਿਨ੍ਹਾਂ ਤੋਂ ਅਸੀਂ ਅੰਦਾਜ਼ਾ ਲਗਾ ਲੈਂਦੇ ਹਾਂ ਰੱਬ ਸਾਡੇ ਤੋਂ ਅਪ੍ਰਸੰਨ ਹੈ, ਅਨਪਲੀਜ਼ਡ ਹੋ ਗਿਆ, ਖੁਸ਼ ਨਹੀਂ ਹੈ। ਤੇ ਉਹੀ ਹਨ ਜੇ ਰੱਬ ਦੇ ਮਾਰਗ ਤੇ ਚੱਲ ਰਹੇ ਸੀ, ਲੋਕ ਸਾਡੀ ਨਿੰਦਾ ਕਰਦੇ ਹਨ। ਅਸੀਂ ਤੇ ਅੱਛਾ ਕੰਮ ਕਰ ਰਹੇ ਹਾਂ, ਲੋਕ ਕਹਿੰਦੇ ਹਨ ਜੇ ਗੁਰਬਾਣੀ ਕਥਾ ਕੀਰਤਨ ਕਰ ਦੋ ਲੋਕ ਕਹਿੰਦੇ ਬਾਬਾ ਜੀ ਆ ਗਏ ਪ੍ਰਵਚਨ ਦੇਂਗੇ। ਜੇ ਕੋਈ ਸਾਡੀ ਮਾਂ ਭੈਣ ਸਿਰ ਤੇ ਚੁੰਨੀ ਲੈਂਦੀ ਹੈ ਤੇ ਅਗਲੇ ਬਹਿਨ ਜੀ ਕਹਿ ਕੇ, ਤੇ ਇਹ ਸ਼ਬਦ ਕੀ ਹੈ? ਇਹ ਸਾਨੂੰ ਲੱਗਦਾ ਹੈ ਫਿਰ ਜਿਹੜੇ ਕੱਚੇ ਹੁੰਦੇ ਹਨ
ਕੱਚੇ ਤੇ ਝੜੀ ਜਾਣਗੇ ਨਾ, ਝੜ ਪਾਉਂਦੇ ਕੱਚੇ ਬਿਰਹੀ ਜਿੰਨਾ ਕਾਰਨਾਈ ਬਿਰਹੀ ਪ੍ਰੇਮੀ। ਕੱਚੇ ਪ੍ਰੇਮੀ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਰੁਕ ਜਾਣਗੇ ਕਿ ਬਾਬਾ ਕਿਉਂ ਕਹਿ ਦਿੱਤਾ, ਮੈਨੂੰ ਭੈਣ ਜੀ ਕਿਉਂ ਕਹਿ ਦਿੱਤਾ। ਤੇ ਨਿੱਕੀਆਂ ਨਿੱਕੀਆਂ ਗੱਲਾਂ ਨਾਲ ਜੇ ਅੱਛਾ ਕੰਮ ਕਰ ਰਹੇ ਸੀ ਤੇ ਕਿਸੇ ਨੇ ਕੁਝ ਟੋਕ ਮਾਰ ਦਿੱਤੀ, ਕਿਉਂਕਿ ਬੁਰਿਆਂ ਨੂੰ ਅੱਛਾ ਕੰਮ ਅੱਛਾ ਨਹੀਂ ਲੱਗੇਗਾ, ਅੱਛਿਆਂ ਨੂੰ ਬੁਰਾ ਕੰਮ ਅੱਛਾ ਨਹੀਂ ਲੱਗੇਗਾ, ਇਹ ਤੇ ਸੱਚ ਹੈ। ਤੇ ਅਸੀਂ ਫਿਰ ਇਹ ਮਾਪਦੰਡਾਂ ਨਾਲ ਸੋਚਦੇ ਹਾਂ ਸ਼ਾਇਦ ਰੱਬ ਨਾਰਾਜ਼ ਹੋ ਗਿਆ। 30 ਦਿਨ 35 ਦਿਨ ਜਾਂ 40 ਦਿਨ 50 ਦਿਨ ਅਸੀਂ ਬਾਣੀ ਪੜ੍ਹ ਰਹੇ ਹਾਂ, ਸਾਡਾ ਕੰਮ ਨਹੀਂ ਹੋ ਰਿਹਾ, ਮੁਕੱਦਮਾ ਅਸੀਂ ਨਹੀਂ ਜਿੱਤ ਰਹੇ, ਦੁਕਾਨ ਦੇ ਗ੍ਰਾਹਕ ਨਹੀਂ ਵੱਧ ਰਹੇ। ਅਸੀਂ ਇਹਨਾਂ ਚੀਜ਼ਾਂ ਤੋਂ ਜੋੜਦੇ ਹਾਂ ਕਿ ਰੱਬ ਸਾਡੇ ਤੋਂ ਨਾਰਾਜ਼ ਹੈ। ਮੈਂ ਕਹਿੰਦਾ ਚਲੋ ਇਹ ਮੰਨ ਲੈਂਦੇ ਹਾਂ ਕਿ ਨਾਰਾਜ਼ਗੀ ਹੈ, ਪਰ ਤਾਂ ਵੀ ਗੁਰਮਤਿ ਇੱਕ ਹੀ ਗੱਲ ਕਹਿੰਦੀ ਹੈ, ਮਾਧਵੇ ਤੁਮਨ ਤੋਰੋ ਤੋਂ ਹਮ ਨਹੀਂ ਤੋਰੇ। ਅਜੇ ਤੇ ਦੁਕਾਨ ਤੇ ਗ੍ਰਾਹਕ ਦੀ ਗੱਲ ਹੋ ਰਹੀ ਹੈ, ਜੇ ਮਾਰਗ ਤੇ ਚੱਲਦੇ ਆ ਤਨ ਚੀਰਿਆ ਵੀ ਜਾਏ ਤਾਂ ਵੀ ਪਿੱਛੇ ਹਟਣ ਦੀ ਲੋੜ ਨਹੀਂ ਹੈ। ਤੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਅਗਰ ਇੱਕ ਰੂਪ ਵਿੱਚ ਦੇਖੀਏ, ਨਿੰਦਾ ਨੂੰ ਅਸੀਂ ਸੋਚਦੇ ਹਾਂ ਰੱਬ ਨਾਰਾਜ਼ ਹੈ, ਰੱਬ ਦੇ ਘਰ ਅਸੀਂ ਨਹੀਂ ਜਾ ਪਾ ਰਹੇ, ਅਸੀਂ ਰੱਬ ਦੇ ਚਰਨਾਂ 'ਚ ਨਹੀਂ ਜੁੜ ਪਾ ਰਹੇ, ਮਾਰ ਕੱਢੇ ਭੀ ਤੇ ਆਈ ਤਾਂ ਵੀ ਸੋਚਦੇ ਹਾਂ ਰੱਬ ਨਾਰਾਜ਼ ਹੈ। ਜੋ ਤਨ ਚੀਰੇ ਅੰਗਨਾ ਪੋਰੋਂ, ਜੇ ਸਾਡਾ ਕੁਛ ਚੀਰ ਪੱਟ ਹੋ ਜਾਂਦੀ ਹੈ, ਹਲਕੇ ਮੋਟੇ ਜ਼ਖਮ ਆ ਜਾਂਦੇ ਨੇ, ਜੇ ਪੂਰਾ ਸਰੀਰ ਨਹੀਂ ਚੀਰਿਆ ਜਾ ਰਿਹਾ, ਛੋਟੇ ਜਿਹੇ ਜ਼ਖਮ ਆ ਜਾਂਦੇ, ਦੁੱਖ ਆ ਜਾਂਦਾ ਹੈ, ਨੁਕਸਾਨ ਹੋ ਜਾਂਦਾ ਹੈ, ਘਾਟਾ ਪੈ ਜਾਂਦਾ ਹੈ। ਜਦਕਿ ਬਾਣੀ ਨੂੰ ਜੇ ਅਸੀਂ ਧਿਆਨ ਨਾਲ ਪੜਾਂਗੇ ਤੇ ਗੁਰੂ ਸਾਹਿਬ ਹਰ ਚੀਜ਼ ਦਾ ਜਵਾਬ ਗੁਰਬਾਣੀ 'ਚ ਦੇ ਰਹੇ ਨੇ। ਮਹਾਰਾਜ ਕਹਿੰਦੇ ਜਿਉਂ ਲਾਹਾ ਟੋਟਾ ਤਿਵੇਂ ਵਾਟ ਚਲਦੀ ਆਈ, ਸੰਪੈ ਦੇਖ ਨਾ ਹਰ ਕੀ ਹੈ, ਬੇਪਤ ਦੇਖ ਨਾ ਰੋਏ। ਸੰਪਤ ਨੂੰ ਦੇਖ ਕੇ, ਪ੍ਰਾਪਤੀ ਨੂੰ ਦੇਖ ਕੇ ਅਹੰਕਾਰ ਈਗੋਇਸਟ ਨਹੀਂ ਹੋ ਜਾਣਾ ਚਾਹੀਦਾ, ਔਰ ਵਿਪਤਾ ਨੂੰ ਦੇਖ ਕੇ, ਐਡਵਰਸਿਟੀ ਨੂੰ ਦੇਖ ਕੇ ਰੋਣਾ ਨਹੀਂ ਸ਼ੁਰੂ ਕਰ ਦੇਣਾ ਚਾਹੀਦਾ। ਨਾ ਪਹਾੜ ਤੇ ਚੜਨਾ ਹੈ, ਨਾ ਖਾਈ 'ਚ ਗਿਰਨਾ ਹੈ, ਨਾ ਉੱਚਾ ਉੱਠਣਾ ਹੈ, ਨਾ ਨੀਵਾ, ਇੱਕ ਸਹਿਜ ਵਿੱਚ ਜੀਣਾ ਹੈ। ਜਿਉਂ ਸੰਪੈ ਤਿਉਂ ਵਿਪਤ ਹੈ, ਬਿਧ ਨੇ ਰਚਿਆ ਸੋਏ। ਇਹ ਤਨ ਕਰਤੇ ਕਾ ਖੇਲ, ਕਦੇ ਆਵੇ ਕਦੇ ਜਾਏ, ਗਿਆਨੀਆਂ ਕਾ ਧਨ ਨਾਮ ਹੈ, ਜੇ ਸਦੀ ਰਹਿ ਸਮਾਏ। ਨਾਮ ਤਨ ਕਦੇ ਆਂਦਾ ਜਾਂਦਾ ਨਹੀਂ। ਸੋ ਸਾਰੀਆਂ ਕੁਛ ਵੀ ਹੋ ਜਾਣ, ਸਾਰੀ ਕੰਡੀਸ਼ਨਸ ਵਿੱਚ, ਸਰਕਮਸਟੈਂਸਸ ਵਿੱਚ, ਪਰਿਸਥਿਤੀਆਂ ਵਿੱਚ, ਹਾਲਤ ਖਰਾਬ ਹੈ, ਹਾਲਾਤ ਖਰਾਬ ਹਨ, ਸਿਰਫ ਤੇ ਸਿਰਫ ਸਾਨੂੰ ਗੁਣਾ ਵਾਲਾ ਜੀਵਨ ਅਪਣਾ ਕੇ ਹੀ ਰੱਖਣਾ ਚਾਹੀਦਾ ਹੈ। ਵਟਐਵਰ ਵਿਲ ਵੀ ਜੋ ਹੁੰਦਾ ਹੈ ਹੋ ਹੀ ਜਾਏ। ਸੋ ਸਾਰੇ ਸ਼ਬਦ ਦੇ ਵਿੱਚ ਇੱਕ ਹੀ ਗੱਲ ਸਾਡੇ ਸਾਹਮਣੇ ਆ ਰਹੀ ਹੈ ਕਿ ਸਾਡੇ ਅੰਦਰ ਜਿਹੜਾ ਹੈ ਨਾ, ਅਭਾਵ ਕਿਸੇ ਵੀ ਵਸਤੂ ਦਾ ਹੋ ਜਾਏ ਪਰ ਅਭਾਵ ਨਹੀਂ ਹੋਣਾ ਚਾਹੀਦਾ। ਭਾਵ ਦਾ ਮਤਲਬ ਪ੍ਰੇਮ ਵੀ ਹੁੰਦਾ ਹੈ, ਭਾਵ ਦਾ ਅਭਾਵ ਨਹੀਂ ਹੋਣਾ ਚਾਹੀਦਾ। ਪ੍ਰੇਮ ਸਾਡਾ ਕਾਇਮ ਰਹਿਣਾ ਚਾਹੀਦਾ ਹੈ। ਇਹ ਨਹੀਂ ਕਿ ਅੱਜ ਸਾਡੀ ਗੱਲ ਪੂਰੀ ਨਹੀਂ ਹੋਈ, ਅੱਜ ਕਿਸੇ ਨੇ ਸਾਨੂੰ ਰਿਸਪੈਕਟ ਨਹੀਂ ਦਿੱਤੀ, ਗੁਰਸਿੱਖਾਂ ਕੀ ਭੁੱਖ ਸਭ ਗਈ ਤਿੰਨ ਪਿੱਛੇ ਔਰ ਖਾਏ ਕਨੇਰੀ, ਉਹਨਾਂ ਨੇ ਮੇਰੀ ਤਾਰੀਫ ਨਹੀਂ ਕੀਤੀ। ਮੈਂ ਇੱਕ ਵਾਰੀ ਇਹ ਗੱਲ ਵੀ ਸਾਂਝੀ ਕੀਤੀ ਸੀ ਕਿ ਕਈ ਵਾਰੀ ਅਸੀਂ ਸਾਰੇ ਇੱਕ ਦੂਜੇ ਦੀ ਠੀਕ ਹੈ ਐਪਰੀਸ਼ੀਏਟ ਕਰਦੇ ਹਾਂ, ਕਰਨਾ ਵੀ ਚਾਹੀਦਾ ਹੈ, ਹੌਸਲਾ ਅਫਜ਼ਾਈ ਹੋਣੀ ਚਾਹੀਦੀ ਹੈ। ਪਰ ਕਦੇ ਕਦੇ ਐਸਾ ਹੁੰਦਾ ਕਿ ਬੰਦਾ 1-2 ਘੰਟੇ ਕਥਾ ਵਿਆਖਿਆ ਕੀਰਤਨ ਕਰਦਾ ਹੈ ਤੇ ਉਹ ਅਜੇ ਕੱਚਾ ਮਨ ਹੈ ਨਾ, ਤੇ ਉਹਦੇ ਮਨ 'ਚ ਆਉਂਦਾ ਹੈ ਕਿ ਮੇਰੀ ਤੇ ਕਿਸੇ ਨੇ ਤਾਰੀਫ ਹੀ ਨਹੀਂ ਕੀਤੀ। ਕਥਾ ਕੀਰਤਨ ਗਾ ਕੇ ਆਨੰਦ ਨਹੀਂ ਹੋਇਆ ਜਦ ਤੱਕ ਸਟੇਜ ਸਕੱਤਰ ਹੋਰਾਂ ਨੇ ਮਾਈਕ ਤੇ ਬਾਅਦ ਵਿੱਚ ਧੰਨਵਾਦ ਨਹੀਂ ਕੀਤਾ। ਬਸ ਉਹ 2 ਸ਼ਬਦ ਸੁਣਨ ਦੇ ਵਾਸਤੇ ਮਨ ਬੜਾ ਉਤਾਵਲਾ, ਮਨ ਬੜਾ ਬੇਚੈਨ, ਤੇ ਜੇ ਨਹੀਂ ਕੀਤਾ ਤੇ ਚਿਹਰਾ ਹੀ ਲਟਕ ਜਾਂਦਾ। ਤੇ ਇੱਕ ਐਸੀ ਖੁਸ਼ੀ ਸੀ ਜਦ ਕਿ ਠਾਕੁਰ ਗਾਈਏ ਆਤਮ ਰੰਗ, ਕਥਾ ਕੀਰਤਨ ਕਰਕੇ ਰੱਬ ਦੀ ਬਾਣੀ ਗਾ ਕੇ ਤੇ ਐਸਾ ਆਨੰਦ ਆਉਣਾ ਚਾਹੀਦਾ ਸੀ ਕਿ ਇਹ ਗੱਲਾਂ ਦੇ ਵਿੱਚ ਬਹੁਤ ਹਲਕੀਆਂ ਰਹਿ ਜਾਂਦੀਆਂ। ਪਰ ਕਈ ਵਾਰੀ ਬੰਦਾ ਕਹਿੰਦਾ ਮੈਂ ਸੇਵਾ ਕੀਤੀ, ਮੈਨੂੰ ਸਿਰੋਪਾਓ ਨਹੀਂ ਮਿਲਿਆ, ਅਗਲੇ ਸਾਲ ਮੈਂ ਸੇਵਾ ਹੀ ਨਹੀਂ ਕਰਨੀ। ਬਸ ਇਹ ਉੱਥੇ ਹੀ ਹਨ, ਮਾਧਵੇ ਤੁਮਨ ਤੋਰੋ ਤੋਂ ਹਮ ਨਹੀਂ ਤੋਰੇ ਵਾਲੀ ਗੱਲ। ਸੋ ਇਹ ਸਾਰੀ ਵਿਚਾਰ ਦਾ ਸਾਰ ਇਹ ਬਣਦਾ ਹੈ, ਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ, ਗੁਣਾਂ ਦੇ ਅਨੁਸਾਰ ਜੀਵਨ ਜੀਣਾ ਚਾਹੀਦਾ ਹੈ। ਬਦਲੇ ਸਾਨੂੰ ਕੀ ਮਿਲ ਰਿਹਾ ਹੈ, ਦੁਨੀਆ ਸਾਡੇ ਨਾਲ ਕਿਹੜਾ ਵਿਵਹਾਰ ਕਰ ਰਹੀ ਹੈ, ਉਸਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਹੈ ਪ੍ਰਭੂ ਤੂੰ ਤੋੜਨੀ ਹੈ ਤੋੜ ਲੈ, ਅਸੀਂ ਨਹੀਂ ਤੋੜ ਸਕਦੇ, ਕਿਉਂਕਿ ਅਸੀਂ ਤੇਰੇ ਤੋਂ ਬਿਨਾਂ ਕਿਸੇ ਪਾਸੇ ਜਾਈਏ, ਕੋਈ ਔਰ ਰਸਤਾ ਹੋਵੇ ਤੇ ਉੱਥੇ ਜਾ ਸਕੀਏ ਜੀ। ਸੋ ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਕਰਦਿਆਂ, ਵਿਚਾਰ ਕਰਦਿਆਂ, ਕਥਾ ਕਰਦਿਆਂ, ਵਿਆਖਿਆ ਕਰਦਿਆਂ ਹੋਈਆਂ ਗਲਤੀਆਂ ਵਾਸਤੇ ਖਿਮਾ ਦਿਆ ਚੱਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ